ਸਤਿ ਸ਼੍ਰੀ ਅਕਾਲ ਜੀ। ਫਿਰਦੌਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਪ੍ਰਭ ਸਿੱਧੂ ਤੇ ਅੱਜ ਜਿਹੜੇ ਵਿਸ਼ੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਉਹ ਹੈ ਮੋਦੀ ਵਰਸਸ ਆਲ। ਤੁਸੀਂ ਸਮਝ ਗਏ ਹੋਗੇ, ਜਿਸ ਤਰ੍ਹਾਂ ਕਿ ਬਾਕੀ ਸਾਰੇ ਵਿਰੋਧੀ ਜਿਹੜੀਆਂ ਪਾਰਟੀ ਨੇ ਉਹ ਮੋਦੀ ਦੇ ਖਿਲਾਫ ਇਕੱਠੀਆਂ ਹੋ ਚੁੱਕੀਆਂ ਨੇ। ਸੋ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ। ਮੇਰੇ ਨਾਲ ਨੇ ਮੇਰੇ ਸਾਥੀ ਗੁਰਜਿੰਦਰ ਸਿੰਘ। ਗੁਰਜਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਜੀ ਸ਼ੁਕਰੀਆ ਪ੍ਰਭਜੋਤ ਜੀ। ਜੇਕਰ ਗੱਲ ਆਪਾਂ ਅਲਾਈਅੰਸ ਦੀ ਕਰੀਏ, ਦੇਖਿਆ ਜਾਵੇ ਤਾਂ ਮੋਦੀ ਵਰਸਸ ਆਲ ਹੋ ਚੁੱਕਿਆ ਹੈ। ਤੁਹਾਨੂੰ ਕੀ ਲੱਗਦਾ ਕਿ ਇਹ ਮਹਿਜ਼ ਮੋਦੀ ਨੂੰ ਹਰਾਉਣ ਲਈ ਇਕੱਠੇ ਹੋਏ ਨੇ ਜਾਂ ਫਿਰ ਵਾਕਈ ਇਹ ਚਾਹੁੰਦੇ ਨੇ, ਜੋ ਕਿ ਪਿਛਲੇ 2 ਟਰਮਾਂ 'ਚ ਆਪਾਂ ਦੇਖਿਆ ਕਿ ਇਹਨਾਂ ਦੇ ਹੱਥ ਪੱਲੇ ਕੁਝ ਨਹੀਂ ਲੱਗਿਆ, ਜਾਂ ਫਿਰ ਇਹ ਵਾਕਈ ਚਾਹੁੰਦੇ ਨੇ ਕਿ ਅਸੀਂ ਇਕੱਠੇ ਆ ਇੱਕ ਪਲੇਟਫਾਰਮ ਦੇ ਉੱਪਰ? ਜੀ ਨਹੀਂ ਪ੍ਰਭ, ਨਾ ਤਾਂ ਇਹ ਇਕੱਠੇ ਨੇ ਇੱਕ ਪਲੇਟਫਾਰਮ ਦੇ ਉੱਪਰ, ਤਾਂ ਨਾ ਹੀ ਇਹ ਮੋਦੀ ਨੂੰ ਹਰਾਉਣ ਦੇ ਲਈ ਇਕੱਠੇ ਹੋਏ ਨੇ। ਆਹ ਇਕੱਠੇ ਹੋਏ ਨੇ ਆਪਣੀ ਹੋਂਦ ਨੂੰ ਬਚਾਉਣ ਦੇ ਲਈ। ਜੀ ਜਦੋਂ 2014 ਦੇ ਵਿੱਚ ਬੀਜੇਪੀ ਸਰਕਾਰ ਸੱਤਾ ਦੇ ਲਈ ਲੜ ਰਹੀ ਸੀ, ਉਹਨਾਂ ਦਾ ਇੱਕ ਦਾਅਵਾ ਸੀ, ਇੱਕ ਵੱਡੀ ਗੱਲ ਸੀ। ਉਹ ਕਹਿੰਦੇ ਸੀ ਕਿ ਅਸੀਂ, ਜੇਕਰ ਤੁਸੀਂ ਸਾਨੂੰ ਮੌਕਾ ਦਿਓਗੇ, ਅਸੀਂ ਦੇਸ਼ ਦੇ ਵਿੱਚ ਜਿਹੜੀ ਪਰਿਵਾਰਵਾਦ ਦੀ ਰਾਜਨੀਤੀ ਆ, ਅਸੀਂ ਇਸ ਰਾਜਨੀਤੀ ਨੂੰ ਖਤਮ ਕਰ ਦਿਆਂਗੇ। ਜੀ ਇਸੇ ਫਾਰਮੂਲੇ ਦੇ ਤਹਿਤ ਸੱਤਾ ਦੇ ਵਿੱਚ ਆਏ ਉਹ। ਠੀਕ ਹੈ, ਐਸਪੈਕਟ ਹੋਰ ਹੋ ਸਕਦੇ ਨੇ ਕਿ ਉਹਨਾਂ ਨੇ ਕਰਪਸ਼ਨ ਦੀ ਗੱਲ ਕੀਤੀ, 15 ਲੱਖ ਖਾਤਿਆਂ ਦੇ ਵਿੱਚ ਆਉਣ ਦੀ ਗੱਲ ਕੀਤੀ, ਪਰ ਇਹਦੇ 'ਚ ਇੱਕ ਵੱਡਾ ਫੈਕਟਰ ਇਹ ਸੀ ਕਿ ਬੀਜੇਪੀ ਐਨਡੀਏ ਇਹ ਗੱਲ ਕਹਿੰਦਾ ਸੀ ਕਿ ਜੇਕਰ ਸਾਨੂੰ ਸੱਤਾ ਦਿਓਗੇ ਤਾਂ ਜਿਹੜੀ ਪਰਿਵਾਰਵਾਦ ਦੀ ਪੋਲੀਟਿਕਸ ਹੈ ਜਾਂ ਪਰਿਵਾਰਵਾਦ ਵੱਡੇ ਪੱਧਰ ਤੇ ਡੋਮੀਨੇਟ ਕਰਦਾ ਇੰਡੀਅਨ ਪੋਲੀਟਿਕਸ ਦੇ ਵਿੱਚ, ਤਾਂ ਅਸੀਂ ਇਸ ਨੂੰ ਖਤਮ ਕਰ ਦਾਂਗੇ। ਉਹਨਾਂ ਨੇ ਖਤਮ ਕੀਤਾ ਵੀ। ਸ਼ਿਵ ਸੈਨਾ ਦਾ ਹਾਲ ਦੇਖ ਲਓ ਕੀ ਹੈ, ਬਿਲਕੁਲ, ਤੇ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਦੇਖ ਲਓ ਕੀ ਹੈ। ਐਂ ਅਲੱਗ-ਅਲੱਗ ਸੂਬਿਆਂ ਦੇ ਵਿੱਚ ਦੇਖ ਲਓ ਕਿ ਨੀਤੀਸ਼ ਹੋਰਾਂ ਦਾ ਹਾਲ ਕੀ ਹੈ, ਭਾਵੇਂ ਪਹਿਲਾਂ ਨਾਲ ਸੀ ਉਹ। ਉਹਨਾਂ ਨੇ ਪਰਿਵਾਰਵਾਦ ਦੀ ਰਾਜਨੀਤੀ ਨੂੰ ਸੱਟ ਮਾਰੀ। ਬਿਲਕੁਲ 14 ਤੋਂ ਲੈ ਕੇ ਉਹਨਾਂ ਨੇ 19 ਤੱਕ ਰਾਜ ਕੀਤਾ। 19 ਦੇ ਵਿੱਚ ਬੀਜੇਪੀ ਇੱਕ ਵਾਰ ਫਿਰ ਰਿਪੀਟ ਕਰ ਗਈ, ਵੱਡੀ ਮੈਜੋਰਟੀ ਐਨਡੀਏ ਨੂੰ ਆ ਗਈ ਤੇ ਐਨਡੀਏ ਆ ਗਿਆ। ਉਦੋਂ ਸਾਰਿਆਂ ਨੂੰ ਐਂ ਲੱਗਦਾ ਸੀ ਕਿ ਸ਼ਾਇਦ ਨਹੀਂ ਰਿਪੀਟ ਕਰੂਗੀ ਵੀ, ਜੀ ਰਿਪੀਟ ਕਰ ਗਈ ਐਨਡੀਏ। ਹੁਣ 10 ਮਹੀਨੇ ਰਹਿ ਗਏ, 24 ਦੀ ਇਲੈਕਸ਼ਨ ਹੈ। ਬਿਲਕੁਲ ਭਾਵੇਂ ਐਮਕੇ ਸਟਾਲਿਨ ਨੇ, ਤਾਮਿਲਨਾਡੂ ਦੇ ਸੀਐਮ ਨੇ ਉਹ, ਹੈਮੰਤ ਸੋਰੇਨ ਨੇ ਝਾਰਖੰਡ ਦੇ ਸੀਐਮ ਨੇ ਉਹ, ਮਮਤਾ ਬੈਨਰਜੀ ਹੈ ਵੈਸਟ ਬੰਗਾਲ ਦੇ ਉਹ ਸੀਐਮ ਨੇ, ਜਾਂ ਨਿਤਿਸ਼ ਕੁਮਾਰ ਨੇ ਬਿਹਾਰ ਦੇ ਉਹ ਸੀਐਮ ਨੇ, ਇਸੇ ਤਰੀਕੇ ਦੇ ਨਾਲ ਜਾਂ ਦਿੱਲੀ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ। ਇਹਨਾਂ ਨੂੰ ਲੱਗਦਾ ਕਿ ਜੇਕਰ ਰਿਪੀਟ ਕਰ ਗਏ ਮੋਦੀ ਸਾਹਿਬ ਦੁਬਾਰੇ ਤਾਂ ਸਾਡੀ ਹੋਂਦ ਨੂੰ ਸਵਾਲ ਖੜਾ ਹੋ ਜਾਊਗਾ, ਸਵਾਲੀਆ ਚਿੰਨ੍ਹ ਲੱਗ ਜਾਊਗਾ। ਕਿਸੇ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਸੱਤਾ ਤੋਂ ਉਲਾਂਭੇ ਕਰ ਲਈਏ। ਤੇ ਇਸੇ ਮਜਬੂਰੀ ਦੇ ਕਰਕੇ ਉਹ ਇਕੱਠੇ ਹੋਏ ਨੇ ਕਿ ਅਸੀਂ ਆਪਣੀ ਹੋਂਦ ਬਚਾ ਲਈਏ। ਜੇਕਰ ਸਾਡੀ ਹੋਂਦ ਬਚੂਗੀ ਉਦੋਂ ਹੀ ਅਸੀਂ ਪੋਲੀਟਿਕਸ ਕਰ ਪਾਵਾਂਗੇ। ਇਹ ਨਾ ਤਾਂ ਲੋਕਾਂ ਦੇ ਮੁੱਦਿਆਂ ਲਈ ਇਕੱਠੇ ਹੋਏ ਨੇ, ਨਾ ਇਹ ਇਕੱਠੇ ਹੋਏ ਨੇ ਕਿ ਅਸੀਂ ਜਿਹੜੀ ਬੀਜੇਪੀ ਦੀ ਨੀਤੀਆਂ ਨੇ ਆਹ ਦੇਸ਼ ਦੇ ਹਿੱਤ ਦੇ ਵਿੱਚ ਨਹੀਂ ਹੈਗੀਆਂ, ਅਸੀਂ ਇਸ ਕਰਕੇ ਇਕੱਠੇ ਹਾਂ। ਇਹ ਆਪਣੀ ਹੋਂਦ ਬਚਾਉਣ ਦੇ ਲਈ ਇਕੱਠੇ ਨੇ ਕਿ ਜੇਕਰ ਦੁਬਾਰੇ ਉਹ ਆ ਗਏ, ਰਿਪੀਟ ਹੋਊਗੀ ਤਾਂ ਸਭ ਤੋਂ ਵੱਡਾ ਜਿਹੜਾ ਹਮਲਾ ਹੋਊਗਾ ਪੋਲੀਟੀਕਲ, ਉਹ ਹਮਲਾ ਇਹਨਾਂ ਪਾਰਟੀਆਂ ਦੇ ਉੱਤੇ ਹੋਊਗਾ। ਇਹ ਪਾਰਟੀਆਂ ਡੈਮੇਜ ਹੋ ਜਾਣਗੀਆਂ। ਆਪਣੀ ਹੋਂਦ ਬਚਾਉਣ ਦੇ ਲਈ ਇਕੱਠੇ ਹੋਏ ਨੇ, ਨਾ ਲੋਕ ਮੁੱਦਿਆਂ ਦੇ ਇਕੱਠੇ ਹੋਏ ਨੇ, ਨਾ ਉਹ ਹਰਾਉਣ ਦੇ ਲਈ ਇਕੱਠੇ ਹੋਏ ਨੇ, ਨਾ ਕਿਸੇ ਹੋਰ ਪਲੇਟਫਾਰਮ ਦੇ ਲਈ ਇਕੱਠੇ ਹੋਏ ਨੇ ਕਿ ਨੀਤੀਆਂ ਠੀਕ ਨਹੀਂ ਹੈਗੀਆਂ। ਉਹ ਸਿਰਫ ਆਪਣੀ ਤੇ ਆਪਣੀ ਪੋਲੀਟਿਕਸ ਨੂੰ ਬਚਾਉਣ ਦੇ ਲਈ, ਆਪਣੀ ਹੋਂਦ ਨੂੰ ਬਚਾਉਣ ਦੇ ਲਈ ਇਕੱਠੇ ਹੋਏ ਨੇ। ਜੀ ਗੁਰਜਿੰਦਰ ਜੀ, ਜੇਕਰ ਗੱਲ ਕਰੀਏ ਤਾਂ ਬਿਆਨ ਸਾਹਮਣੇ ਆ ਰਹੇ ਨੇ, ਜਿਹੜੇ ਵੀ ਵਿਰੋਧੀ ਪਾਰਟੀਆਂ ਦੇ ਮੈਂਬਰ ਜਿੰਨੇ ਵੀ ਇਕੱਠੇ ਹੋਏ, ਸਾਰੇ ਇੱਕੋ ਗੱਲ ਕਹਿ ਰਹੇ ਨੇ ਕਿ ਅਸੀਂ ਲੋਕਾਂ ਨੂੰ ਸੁਣ ਕੇ, ਸਿਰਫ ਲੋਕਾਂ ਦੀ ਡਿਮਾਂਡ ਤੇ ਹੀ ਅਸੀਂ ਇਕੱਠੇ ਹੋਏ ਹਾਂ। ਕਿਉਂਕਿ ਹਰ ਵਾਰ ਸਰਕਾਰਾਂ ਦਾਅਵਾ ਕਰਦੀਆਂ ਨੇ ਅਸੀਂ ਲੋਕਾਂ ਲਈ ਲੜ ਰਹੇ ਹਾਂ, ਲੋਕਾਂ ਲਈ ਇਕੱਠੇ ਹੋ ਰਹੇ ਹਾਂ। ਹੁਣ ਵੀ ਉਹੀ ਗੱਲ ਰਿਪੀਟ ਹੋਈ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਲੋਕਾਂ ਦੇ ਇੱਕ ਸੁਨੇਹੇ ਤੇ ਇਕੱਠੇ ਹੋਏ ਹਾਂ, ਪਰ ਲੋਕਾਂ ਦਾ ਸੁਨੇਹਾ ਤੁਹਾਨੂੰ ਪਿਛਲੇ 9 ਸਾਲਾਂ ਤੋਂ ਨਹੀਂ ਸੁਣਿਆ ਸੀ, ਹੁਣ ਤੁਹਾਨੂੰ ਬਿਲਕੁਲ ਨੇੜੇ ਆ ਕੇ ਲੋਕਾਂ ਦਾ ਸੁਨੇਹਾ ਸੁਣ ਰਹੇ। ਨਹੀਂ, ਉਹ ਦੱਸ ਦੇਣਾ ਨਾ ਕਿਹੜੇ ਲੋਕ ਨੇ ਜਿਹਨਾਂ ਨੇ ਤੁਹਾਨੂੰ ਕਿਹਾ ਇਕੱਠੇ ਹੋ ਜਾਓ। ਜੀ ਪਤਾ ਤਾਂ ਲੱਗੇ ਨਾ ਕਿਹੜੇ ਲੋਕ ਨੇ। ਜਦੋਂ ਨੀਤੀਸ਼ ਸੱਤਾ ਦੇ ਵਿੱਚ ਆਉਣ ਦੇ ਲਈ ਬੀਜੇਪੀ ਦੇ ਨਾਲ ਅਲਾਈਅੰਸ ਕਰ ਲੈਂਦਾ, ਉਦੋਂ ਲੋਕ ਨਹੀਂ ਚੇਤੇ ਆਏ। ਜਦੋਂ ਤੁਹਾਨੂੰ ਲੱਗਦਾ ਕਿ ਹੁਣ ਬੀਜੇਪੀ ਸਾਨੂੰ ਖਾ ਜਾਊਗੀ, ਜਿਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਾਈਅੰਸ ਦੇ ਵਿੱਚ ਰਹਿੰਦੇ ਖਾ ਗਈ ਭਾਜਪਾ ਜਨਤਾ ਪਾਰਟੀ, ਉਦੋਂ ਤੁਸੀਂ ਬਾਹਰ ਆ ਗਏ ਕਿ ਸਾਨੂੰ ਲੋਕਾਂ ਨੇ ਕਿਹਾ। ਕਿਹੜੇ ਲੋਕ ਨੇ ਸਾਹਮਣੇ ਤਾਂ ਆਉਂਦੇ ਨਾ, ਲੋਕ ਕਿਹੜੇ ਨੇ। ਲੋਕਾਂ ਦਾ ਤਾਂ ਐ ਕਿ ਦੇਖੋ, ਇੱਕ ਬਲੇਮ ਹੁੰਦਾ, ਬਲੇਮ ਸਿੱਟਣਾ ਹੁੰਦਾ, ਜਾਂ ਫਿਰ ਲੋਕਾਂ ਦੇ ਵਿੱਚ ਇੱਕ ਹਾਜ਼ਰੀ ਹੁੰਦੀ ਹੈ, ਇੱਕ ਸਪੇਸ ਹੁੰਦਾ ਕਿ ਜੇਕਰ ਕੱਲ ਕੋਈ ਉੱਠ ਕੇ ਸਾਨੂੰ ਸਵਾਲ ਕਰੂਗਾ ਕਿ ਤੁਸੀਂ ਏਦਾਂ ਕਿਉਂ ਕੀਤਾ, ਆ ਤਾਂ ਲੋਕਾਂ ਦੀ ਡਿਮਾਂਡ ਸੀ, ਅਸੀਂ ਤਾਂ ਲੋਕਾਂ ਦੇ ਲਈ ਕੀਤਾ। ਕਿਹੜੇ ਲੋਕਾਂ ਦੀ ਪੱਲਾ ਝਾੜਨ ਜੋਗੇ ਹੋ ਗਏ ਤੁਸੀਂ ਆਪਣਾ। ਹਾਂ ਬਿਲਕੁਲ, ਪੱਲਾ ਝਾੜ ਜਾਂਦੇ, ਟੋਰਾ ਝਾੜ ਜਾਂਦੇ ਤੁਸੀਂ। ਲੋਕ ਕਿਹੜੇ ਨੇ, ਕਿਹਨੇ ਤੁਹਾਨੂੰ ਕਿਹਾ, ਤੁਸੀਂ ਕਦੋਂ ਪੁੱਛ ਲਿਆ ਲੋਕਾਂ ਨੂੰ? ਬਿਲਕੁਲ
ਪਤਾ ਤਾਂ ਲੱਗਿਆ ਨਾ ਤੁਸੀਂ ਕਿਹੜੇ ਲੋਕਾਂ ਨੂੰ ਪੁੱਛ ਲਿਆ, ਕਿਹੜੇ ਤੁਹਾਡੇ ਲੋਕ ਨੇ, ਕਿਹੜਾ ਤੁਸੀਂ ਸਰਵੇ ਕਰਵਾ ਲਿਆ ਕਿ ਸਾਨੂੰ ਕਿਹਦੇ ਨਾਲ ਜਾਣਾ ਚਾਹੀਦਾ, ਕਿਹਦੇ ਨਾਲ ਸਾਨੂੰ ਨਹੀਂ ਜਾਣਾ ਚਾਹੀਦਾ। ਇਹ ਸਿਰਫ ਢੋਂਗ ਨੇ, ਹੋਰ ਇਹਦੇ 'ਚ ਕੁਝ ਨਹੀਂ ਹੈਗਾ ਜੀ। ਜੀ ਜੇਕਰ ਗੱਲ ਕਰੀਏ ਮਮਤਾ ਬੈਨਰਜੀ ਉਹਨਾਂ ਦਾ ਇੱਕ ਬਿਆਨ ਆਇਆ, ਉਹ ਕਹਿੰਦੇ ਸਾਨੂੰ ਵਾਰ-ਵਾਰ ਇਹ ਗੱਲ ਕਹੀ ਜਾਂਦੀ ਹੈ ਓਪੋਜੀਸ਼ਨ ਕਹਿੰਦੇ ਅਸੀਂ ਓਪੋਜੀਸ਼ਨ ਨਹੀਂ ਆ, ਅਸੀਂ ਵੀ ਇਸੇ ਦੇਸ਼ ਦੇ ਨਾਗਰਿਕ ਹਾਂ। ਸ਼ਾਇਦ ਜਾਂ ਤਾਂ ਉਹਨਾਂ ਨੂੰ ਓਪੋਜੀਸ਼ਨ ਸ਼ਬਦ ਦਾ ਮਤਲਬ ਨਹੀਂ ਸਮਝ ਆਇਆ, ਕਿਉਂਕਿ ਵਿਰੋਧੀ ਹੁੰਦਾ ਬੇਸਿਕਲੀ, ਤੇ ਵਿਰੋਧੀ ਹੋ ਤੁਸੀਂ, ਉਹਨਾਂ ਨੂੰ ਇਸ ਚੀਜ਼ ਦਾ ਕਿਉਂ ਖਤਰਾ ਪੈ ਗਿਆ ਵੀ ਉਹ ਕਹਿ ਰਹੇ ਨੇ ਕਿ ਸ਼ਾਇਦ ਤੁਸੀਂ ਉਹਨਾਂ ਨੂੰ ਨਾਗਰਿਕ ਹੀ ਨਹੀਂ ਸਮਝਦੇ। ਨਹੀਂ, ਉਹਦਾ ਮਤਲਬ ਐਂ ਵੀ ਹੋ ਸਕਦਾ ਨਾ ਉਸ ਬਿਆਨ ਦਾ ਪ੍ਰਭਜੋਤ, ਕਿ ਉਹ ਕਹਿੰਦੇ ਕਿ ਅਸੀਂ ਆਪੋਜੀਸ਼ਨ ਨਹੀਂ ਹੈਗੇ, ਅਸੀਂ ਇਸ ਦੇਸ਼ ਦੇ ਨਾਗਰਿਕ ਹਾਂ। ਹੁਣ ਇਹਦਾ ਮਤਲਬ ਇਹ ਆ ਵੀ ਹੋ ਸਕਦਾ ਨਾ ਕਿ ਉਹ ਭਾਜਪਾ ਨੂੰ ਕਹਿਣਗੇ ਹਨਾ ਕਿ ਆਪੋਜੀਸ਼ਨ, ਤਾਂ ਇਹਦਾ ਮਤਲਬ ਇਹ ਵੀ ਹੋ ਸਕਦਾ ਕਿ ਅਸੀਂ ਆਪੋਜੀਸ਼ਨ ਨਹੀਂ ਹੈਗੇ, ਅਸੀਂ ਵਿਦੇਸ਼ ਦੇ ਨਾਗਰਿਕ ਹਾਂ, ਵੀ ਤੁਹਾਡੇ ਨਾਲ ਹੀ ਆ ਅਸੀਂ। ਤੁਸੀਂ ਦੇਖੋ ਕਿ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਉਦੋਂ ਵੈਸਟ ਬੰਗਾਲ ਦੀ ਇਲੈਕਸ਼ਨ ਹੋਈ ਸੀ ਤੇ ਉਸ ਇਲੈਕਸ਼ਨ ਦੇ ਵਿੱਚ ਮਮਤਾ ਦੀ ਪਾਰਟੀ ਜਿੱਤ ਗਈ ਸੀ, ਮਮਤਾ ਖੁਦ ਹਾਰ ਗਏ ਸੀ। ਇੱਕ ਸੀਟ ਦੇ ਉੱਤੇ ਦੁਬਾਰਾ ਇਲੈਕਸ਼ਨ ਹੋਈ ਸੀ, ਫਿਰ ਮਮਤਾ ਬੈਨਰਜੀ ਜਿੱਤ ਗਏ ਸੀ। ਇਹ ਇਸ਼ਾਰਾ ਹੁੰਦਾ ਕਿ ਜੇ ਤਾਂ ਤੁਸੀਂ ਚੱਲੋਗੇ ਸਾਡੇ ਨਾਲ ਫਿਰ ਤਾਂ ਹੋਊਗਾ ਸਭ ਕੁਝ ਇਦਾਂ ਹੀ, ਜੇਕਰ ਨਹੀਂ ਚੱਲੋਗੇ ਤੁਸੀਂ ਪਹਿਲਾਂ ਵੀ ਹਾਰ ਸਕਦੇ ਹੋ, ਦੁਬਾਰੇ ਫਿਰ ਹਾਰ ਸਕਦੇ ਹੋ, ਹੁਣ ਫਿਰ ਹਾਰ ਸਕਦੇ ਹੋ। ਇਹੀ ਗੱਲ ਮਮਤਾ ਹੋਰਾਂ ਦੇ ਵੀ ਕਿ ਆਪੋਜੀਸ਼ਨ ਥੋੜੀਆਂ ਸੀ, ਪੋਲੀਟੀਕਲ ਦਾ ਆਪੋਜੀਸ਼ਨ ਹੁੰਦੀ ਉਹ ਨਹੀਂ, ਉਹ ਸਿਰਫ ਆਪੋਜੀਸ਼ਨ ਉਦੋਂ ਬਣਦੇ ਨੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ, ਨਹੀਂ ਤਾਂ ਇੱਕੋ ਹੀ ਸਾਰੀ ਥਾਲੀ ਦੇ ਚੱਟੇ ਵੱਟੇ ਨੇ ਆਹ ਜੀ। ਗੁਰਜਿੰਦਰ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਪਲੇਟਫਾਰਮ ਦੇ ਜਿਹੜੇ ਇਕੱਠੇ ਹੋਏ ਨੇ ਇਹ ਇਫੈਕਟ ਕਰੂਗਾ ਮੋਦੀ ਸਰਕਾਰ ਨੂੰ, ਭਾਜਪਾ ਨੂੰ ਸਿੱਧੇ ਜਾਂ ਸਿੱਧੇ ਤੌਰ ਤੇ ਇਹਦਾ ਕੋਈ ਇਫੈਕਟ ਹੋਊਗਾ, ਜਾਂ ਤੁਹਾਨੂੰ ਲੱਗਦਾ ਹੈ ਕਿ ਮੋਦੀ ਹੁਣ ਨੇ ਜਿਹੜੇ ਆਲਰੇਡੀ ਇੰਨੇ ਸਟਰੋਂਗ ਜਗ੍ਹਾ ਤੇ ਬੈਠੇ ਨੇ ਵੀ ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਇਸ ਚੀਜ਼ ਨਾਲ? ਨਹੀਂ, ਦੇਖੋ ਇਫੈਕਟ ਤਾਂ ਕਰੂਗਾ। ਪਹਿਲਾਂ ਤੁਸੀਂ ਰਾਹੁਲ ਗਾਂਧੀ ਲੈ ਲਓ, ਰਾਹੁਲ ਗਾਂਧੀ ਆਪਣੇ ਘਰ ਤੋਂ ਚੱਲਿਆ ਕਿ ਮੈਂ ਭਾਰਤ ਜੋੜੂੰਗਾ, ਤੇ ਟੁੱਟਿਆ ਕਦੋਂ ਹੈ ਭਾਰਤ, ਕਿਹਨੇ ਤੋੜਿਆ ਉਹ ਵੀ ਦੱਸਣਾ ਸੀ। ਭਾਰਤ ਤੋੜਿਆ ਸੀ ਇਹਦੇ ਦਾਦਾ ਜੀ ਨੇ, ਜਵਾਹਰ ਲਾਲ ਨਹਿਰੂ ਨੇ 1947 ਦੇ ਵਿੱਚ ਟੂ ਨੇਸ਼ਨ ਥਿਓਰੀ ਦੇ ਵਿੱਚ ਧਰਮ ਦੇ ਆਧਾਰ ਤੇ ਦੇਸ਼ ਦੀ ਵੰਡ ਹੋਈ ਸੀ, ਧਰਮ ਦੇ ਆਧਾਰ ਤੇ ਪਾਕਿਸਤਾਨ ਬਣਿਆ ਸੀ। ਉਸ ਤੋਂ ਬਾਅਦ ਧੱਕੇ ਦੇ ਨਾਲ ਪੰਜਾਬ ਦੇ 1955 ਦੇ ਵਿੱਚ ਪੰਜਾਬ ਦੇ ਪਾਣੀ ਲੁੱਟੇ ਗਏ, ਵਰਲਡ ਬੈਂਕ ਨੇ ਵਿੱਚ ਇੰਟਰਫੇਅਰ ਕੀਤਾ, ਉਦੋਂ ਭਾਰਤ ਟੁੱਟਿਆ। ਉਸ ਤੋਂ ਇਲਾਵਾ ਜਦੋਂ ਪੰਜਾਬੀ ਸੂਬੇ ਦੀ ਡਿਮਾਂਡ ਦੇ ਉੱਪਰ 1966 ਦੇ ਵਿੱਚ ਪੰਜਾਬ ਵੰਡਿਆ ਗਿਆ, ਪੰਜਾਬ ਦੇ ਵਿੱਚੋਂ ਯੂਟੀ ਬਣਾ ਕੇ ਚੰਡੀਗੜ੍ਹ ਕੱਢਤਾ, ਪੰਜਾਬ ਦੇ ਵਿੱਚੋਂ ਹਿਮਾਚਲ ਕੱਢਤਾ, ਪੰਜਾਬ ਦੇ ਵਿੱਚੋਂ ਹਰਿਆਣਾ ਕੱਢਤਾ, ਉਦੋਂ ਭਾਰਤ ਟੁੱਟਿਆ। ਜਦੋਂ ਤੁਸੀਂ ਤੁਹਾਡੀ ਦਾਦੀ ਪ੍ਰਾਈਮ ਮਿਨਿਸਟਰ ਸੀ ਸੱਤਾ ਦੇ ਵਿੱਚ, ਤੁਸੀਂ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਢਹਿ ਕਰਤਾ, ਉਦੋਂ ਭਾਰਤ ਟੁੱਟਿਆ। 12 ਸਾਲ ਪੰਜਾਬ ਦੇ ਵਿੱਚ ਖੜਕੂ ਦੌਰ ਰਿਹਾ, ਪੰਜਾਬ ਦੀ ਨੌਜਵਾਨੀ ਦਾ ਕਾਂਗਰਸ ਸਰਕਾਰ ਨੇ ਘਾਣ ਕੀਤਾ, ਜਿਹਦੇ ਮੁੱਖ ਮੰਤਰੀ ਬੇਅੰਤ ਸਿੰਘ ਸੀ, ਉਦੋਂ ਭਾਰਤ ਟੁੱਟਿਆ। ਜਦੋਂ ਤਾਮਿਲਾਂ ਨੇ ਰਾਜੀਵ ਗਾਂਧੀ ਦੀ ਜਿਹੜੀ ਕੁੜੀ ਸੀ ਧੰਨੋ ਬੰਬ ਨਾਲ ਮਨੁੱਖੀ ਬੰਬ ਬਣੀ ਸੀ, ਉਹ ਰਾਜੀਵ ਗਾਂਧੀ ਦੀ ਡੈਥ ਹੋ ਗਈ ਸੀ, ਮਾਰਤਾ ਸੀ ਰਾਜੀਵ ਗਾਂਧੀ। ਚਲੋ ਆਪਾਂ ਉਸ ਦੇ ਹੱਕ ਦੇ ਵਿੱਚ ਨਹੀਂ ਹੈਗੇ, ਤੁਸੀਂ ਤਾਂ ਸ਼੍ਰੀਲੰਕਾ ਦੇ ਵਿੱਚ ਜਾ ਕੇ ਦਖਲ ਦਿੱਤਾ, ਤੁਸੀਂ ਆਪਣੀ ਉੱਥੇ ਆਰਮੀ ਭੇਜੀ, ਉਸ ਚੀਜ਼ ਦੇ ਨਾਲ ਦੇਸ਼ ਦਾ ਨੁਕਸਾਨ ਹੋਇਆ, ਉਦੋਂ ਭਾਰਤ ਟੁੱਟੇ। ਜਦੋਂ ਤੁਸੀਂ ਸਮਝੌਤੇ ਕਰਕੇ ਆਏ, ਜਦੋਂ ਇੱਕ ਜਿਹੜਾ ਸੋਸ਼ਲ ਕੰਟਰੀ ਸੀ ਭਾਰਤ, ਜਦੋਂ ਲਿਬਰਲਾਈਜੇਸ਼ਨ ਦੇ ਦੌਰ ਦੇ ਵਿੱਚ ਤੁਸੀਂ ਐਂਟਰੀ ਕਰਾਈ, ਨਰਸਿਮਹਾ ਰਾਓ ਦੀ ਸਰਕਾਰ ਸੀ, ਮਨਮੋਹਨ ਸਿੰਘ ਵਿੱਤ ਮੰਤਰੀ ਸੀ, ਤੁਸੀਂ ਪ੍ਰਾਈਵੇਟ ਸਮਝੌਤਿਆਂ ਦੇ ਉੱਤੇ ਸਾਈਨ ਕੀਤੇ, ਉਦੋਂ ਭਾਰਤ ਟੁੱਟ ਗਿਆ। ਕਿਹੜੇ ਤੁਸੀਂ ਭਾਰਤ ਜੋੜਨ ਦੀਆਂ ਗੱਲਾਂ ਕਰਦੇ ਹੋ, ਇਹ ਸਿਰਫ ਕੁਛ ਨਹੀਂ, ਢੋਂਗ ਹੈ। ਹੁਣ ਤੁਸੀਂ ਦੇਖੋ ਕਿ ਇਫੈਕਟ ਕਿੰਨਾ ਕਰੂਗਾ। 30-31% ਵੋਟ ਬੀਜੇਪੀ ਨੂੰ ਪਈ ਹੈ, ਜਿਹੜੀ 19 ਚ ਪਈ ਹੈ। ਇਸ ਦਾ ਮਤਲਬ ਹੈ ਜੇ 31% ਵੋਟ ਬੀਜੇਪੀ ਨੂੰ ਭੁਗਤੀ ਆ, ਤਾਂ 69% ਲੋਕ ਖਿਲਾਫ ਨੇ ਉਹਨਾਂ ਦੇ, ਤਾਂ ਜਿਹੜੇ ਪੱਖ ਦੇ ਵਿੱਚ ਨੇ ਉਹ 31% ਨੇ, ਯਾਨੀ ਕਿ ਦੇਸ਼ ਦਾ ਵੱਡਾ ਹਿੱਸਾ ਦਾ ਖਿਲਾਫ ਹੈ ਸੱਤਾ ਦੇ। ਤਾਂ ਇਹ ਭਾਵੇਂ ਕੈਪੇਬਲ ਹੋਣ ਜਾਂ ਨਾ ਹੋਣ, ਉਹ ਜਿਹੜੀ ਐਂਟੀ ਇਨਕੰਬੈਂਸੀ ਵੋਟ ਹੈ ਉਹ ਵੋਟ ਇਹਨਾਂ ਨੂੰ ਪਊਗੀ। ਤੇ ਦੂਜਾ ਜਿਹੜਾ ਇਹਨਾਂ ਦੀ ਸਿਆਸਤ ਦਾ ਮੇਨ ਉਹ ਹੈਗਾ ਕਿ ਅਸੀਂ ਸੂਬੇ ਦੇ ਵੱਧ ਅਧਿਕਾਰ ਜਾਂ ਫੈਡਰਲਿਜ਼ਮ ਦੀ ਅਸੀਂ ਲੜਾਈ ਲੜਾਂਗੇ, ਤੇ ਉਹ ਚਲੋ ਕਿਤੇ ਨਾ ਕਿਤੇ ਕਿ ਘੱਟ ਗਿਣਤੀਆਂ ਦੇ ਉੱਤੇ ਬੀਜੇਪੀ ਅਟੈਕ ਕਰ ਰਹੀ ਆ। ਇਹ ਕਹਿਣਗੇ ਕਿ ਅਸੀਂ ਮਾਈਨੋਰਟੀ ਨੂੰ ਅਸੀਂ ਬਚਾਵਾਂਗੇ। ਬੇਸ਼ੱਕ ਸਿੱਖਾਂ ਦਾ ਇਹਨਾਂ ਨੇ ਘਾਣ ਕੀਤਾ, ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚ ਸਿੱਖ ਖਤਮ ਕਰਤੇ ਇਹਨਾਂ ਨੇ, ਚਲੋ ਹੁਣ ਕਹਿੰਦੇ ਨੇ ਕਿ ਅਸੀਂ ਘੱਟ ਗਿਣਤੀਆਂ ਦੇ ਨਾਲ ਖੜੇ ਆ, ਬੀਜੇਪੀ ਦਾ ਅਟੈਕ ਹੈਗਾ ਘੱਟ ਗਿਣਤੀਆਂ ਦੇ ਉੱਤੇ, ਉਹ ਚੀਜ਼ ਦੇ ਉੱਤੇ ਇਹ ਪਰਦਾ ਪਾ ਲੈਣਗੇ। ਤਾਂ ਜਿਹੜਾ ਫਰਕ ਪ੍ਰਭ ਰਿਹਾ, ਫਰਕ ਤਾਂ ਇਹ ਰਹੂਗਾ ਕਿ ਲੋਕਾਂ ਕੋਲ ਕੋਈ ਬਦਲ ਹੀ ਨਹੀਂ ਰਹਿਣਾ। ਬਿਲਕੁਲ, ਲੋਕਾਂ ਕੋਲ ਕੋਈ ਬਦਲ ਨਹੀਂ ਰਹਿਣਾ। ਬਦਲ ਹੋਊਗਾ ਸਿਰਫ ਇਹਨਾਂ ਕੋਲ, ਰਾਹੁਲ ਹੋ ਗਏ, ਜਾਂ ਜਿਹੜਾ ਧੜਾ ਬਣਿਆ ਮਮਤਾ ਹੋਰੀ ਹੋ ਗਏ, ਜਾਂ ਤੇਜਸਵੀ ਫੈਮਿਲੀ ਹੋ ਗਈ, ਲਾਲੂ ਫੈਮਿਲੀ ਹੋ ਗਈ, ਹੈ ਨਾ, ਇਹੀ ਬਦਲ ਹੋਊਗਾ ਤਾਂ ਲੋਕ ਵੋਟ ਪਾ ਦੇਣਗੇ, ਇਫੈਕਟ ਤਾਂ ਕਰੂਗਾ। ਦੂਜਾ ਦੇਖੋ, ਹਰ ਇੱਕ ਦੇਸ਼ ਦੇ ਵਿੱਚ ਹੁੰਦਾ, ਸਾਡੇ ਦੇਸ਼ ਦੇ ਵਿੱਚ ਵੀ ਹੈਗਾ ਕਿ ਸਾਡੀ ਜਿਹੜੀ ਇੰਡੀਅਨ ਪੋਲੀਟਿਕਸ ਹੈ, ਇਹ ਠੀਕ ਹੈ ਕਿ ਚਿਹਰਾ ਮੋਹਰਾ ਹੋ ਸਕਦਾ ਕਿ ਆਹ ਪ੍ਰਾਈਮ ਮਿਨਿਸਟਰ ਨੇ, ਆਹ ਨੇ, ਪਰ ਸਾਡੇ ਸਮਝੌਤੇ ਇੱਦਾਂ ਦੇ ਹੋਏ ਨੇ ਜਿਹੜੇ ਵਰਲਡ ਲੈਵਲ ਦੇ ਉੱਤੇ ਇਕੋਨਮੀ ਹੈ ਜਾਂ ਜਿਹੜੀ ਆਰਥਿਕ ਸ਼ਕਤੀਆਂ ਨੇ, ਅਸੀਂ ਉਹਨਾਂ ਦੇ ਕੰਟਰੋਲ ਦੇ ਵਿੱਚ ਆ। ਤੁਸੀਂ ਦੇਖੋ ਕਿ ਹੁਣ ਪਹਿਲਾਂ ਅਮਰੀਕਾ ਰਾਹੁਲ ਗਾਂਧੀ ਗਏ ਸੀ, ਤੇ ਹੁਣ ਨਰਿੰਦਰ ਮੋਦੀ ਗਏ ਹੋਏ ਨੇ। ਉਹ ਸਿਰਫ ਇਹ ਇਲੈਕਸ਼ਨ ਦਾ ਹੀ ਇੱਕ ਪਾਰਟ ਹੈ। ਹਿੰਡਨਬਰਗ ਦੀ ਰਿਪੋਰਟ ਆਉਣੀ ਅਡਾਨੀ ਦੇ ਖਿਲਾਫ, ਉੱਥੇ ਮੋਦੀ ਦੇ ਐਕਸ ਨੂੰ ਢਾਹ ਲੱਗੀ। ਤੇ ਜਿਹੜੇ ਇਹਦੇ ਆਪਣਾ ਟਵਿੱਟਰ ਦੇ ਸਾਬਕਾ CEO ਨੇ,
ਉਹਨਾਂ ਨੇ ਕਹਿਣਾ ਕਿ ਕਿਸਾਨ ਅੰਦੋਲਨ ਦੇ ਵਿੱਚ ਸਾਨੂੰ ਦੱਬਿਆ ਪ੍ਰੈਸ਼ਰ ਗਿਆ। ਕਿਹਾ ਕਿਸਾਨ ਅੰਦੋਲਨ ਦੇ ਵਿੱਚ ਜਿਹੜੀਆਂ ਵੱਡੀਆਂ ਪਰਸਨੈਲਿਟੀਜ਼ ਹੈਗੀਆਂ ਨੇ ਦੁਨੀਆ ਲੈਵਲ ਦੇ, ਉਹਨਾਂ ਦਾ ਇਹਨਾਂ ਦੇ ਖਿਲਾਫ ਹੋਣਾ। ਇਸ ਤੋਂ ਇਲਾਵਾ ਹੋਰ ਕਿੰਨੇ ਹੀ ਉਹ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਅਦਾਰੇ ਨੇ ਜਿਹੜੇ ਬੀਜੇਪੀ ਸਰਕਾਰ ਦੇ ਖਿਲਾਫ ਹੋ ਗਏ। ਇਹਦਾ ਮਤਲਬ ਹੈ ਕਿ ਜਿਹੜੇ ਵੱਡੇ ਕਾਰਪੋਰੇਟ ਆਰਥਿਕ ਸ਼ਕਤੀਆਂ ਨੇ ਉਹਨਾਂ ਨੇ ਹੁਣ ਮੋਦੀ ਸਰਕਾਰ ਤੋਂ ਹੱਥ ਪਿੱਛੇ ਖਿੱਚ ਲਏ। ਉਹਨਾਂ ਦੀ ਜਿਹੜੀ ਇਨਵੈਸਟਮੈਂਟ ਹੈਗੀ ਆ, ਭਾਵੇਂ ਕਿਸੇ ਪੱਧਰ ਦੀ ਇਨਵੈਸਟਮੈਂਟ ਹੋਵੇ, ਫਾਈਨੈਂਸ਼ੀਅਲੀ ਹੋਵੇ, ਉਹ ਮਾਸ ਲੈਵਲ ਦੇ ਉੱਤੇ ਹੋਵੇ, ਹਨਾ, ਮਨੀ ਲੈਵਲ ਦੇ ਉੱਤੇ ਹੋਵੇ, ਕਿਸੇ ਵੀ ਤਰ੍ਹਾਂ ਦੀ ਹੋਵੇ, ਉਹ ਹੈਗੀ ਆ ਰਾਹੁਲ ਗਾਂਧੀ ਨੂੰ। ਜਿਹੜਾ ਰਾਹੁਲ ਗਾਂਧੀ ਪੱਪੂ ਸੀ 2 ਸਾਲ ਪਹਿਲਾਂ, ਅੱਜ ਉਹਦਾ ਅਕਸ ਤਾਂ ਐ ਨਿਕਲ ਕੇ ਆ ਗਿਆ ਕਿ ਰਾਹੁਲ ਹੀ ਦੇਸ਼ ਨੂੰ ਬਚਾ ਸਕਦਾ। ਜਿਹੜਾ ਦੇਸ਼ ਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਬੜਾ ਸਟਰੋਂਗ ਮੈਨ ਗਿਣਿਆ ਜਾਂਦਾ ਸੀ, ਉਹਦਾ ਅਕਸ ਅੱਜ ਮਜ਼ਾਕੀਆ ਬਣ ਗਿਆ। ਯਾਨੀ ਕਿ ਪਿੱਛੇ ਜਿਹੜਾ ਉਹ ਡੀਜੇ ਸਿਸਟਮ ਹੈ, ਪਿੱਛੇ ਜਿਹੜੇ ਲੋਕ ਨੇ ਉਹ ਕੰਟਰੋਲ ਕਰਨ ਵਾਲੇ ਹੋਰ ਲੋਕ ਨੇ ਤੇ ਆਪਣੇ ਪੱਧਰ ਤੇ ਇਹਨਾਂ ਨੂੰ ਚਲਾ ਰਹੇ ਨੇ। ਫਰਕ ਇਹਨਾਂ ਦਾ ਇਹ ਪਊਗਾ ਕਿ ਲੋਕਾਂ ਕੋਲ ਕੋਈ ਬਦਲ ਨਹੀਂ ਰਹਿਣਾ। ਵੈਸੇ ਤਾਂ ਵੱਡੇ ਪੱਧਰ ਉੱਤੇ EVM ਯੂਜ਼ ਹੁੰਦਾ, ਸਾਰਾ ਖੇਲ ਇਹ EVM ਦਾ। ਤਾਂ ਫਰਕ ਇਹ ਰਹੂਗਾ ਇਹਨਾਂ ਦਾ ਕਿ ਲੋਕਾਂ ਕੋਲ ਕੋਈ ਬਦਲ ਨਹੀਂ ਰਹਿਣਾ। ਕਿਤੇ ਨਾ ਕਿਤੇ ਉਹ ਇਹਨਾਂ ਜਿਹੜਾ ਮਹਾਗਠਜੋੜ ਹੋਇਆ ਇਹਦੇ 'ਚ ਪਲੱਸ ਪੁਆਇੰਟ ਹੋ ਜਾਊਗਾ। ਜੀ ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਦੀ ਕੋਸ਼ਿਸ਼ ਇਹ ਨਹੀਂ ਹੈ ਕਿ ਅਸੀਂ ਜਿੱਤੀਏ, ਇਹਨਾਂ ਦੀ ਕੋਸ਼ਿਸ਼ ਹੈ ਕਿ ਮੋਦੀ ਹਾਰ ਜੇ, ਹਨਾ। ਸੁਭਾਵਿਕ ਗੱਲ ਹੈ, ਜੇ ਮੋਦੀ ਹੁਣੀ ਹਾਰਨਗੇ ਤਾਂ ਇਹਨਾਂ ਨੇ ਜਿੱਤਣਾ ਹੈਗਾ। ਪਰ ਜਿਹੜਾ ਜ਼ਿਆਦਾ ਜ਼ੋਰ ਉਹ ਇਸ ਚੀਜ਼ ਲਈ ਲੱਗਿਆ ਹੋਇਆ ਵੀ ਮੋਦੀ ਨਹੀਂ ਜਿੱਤਣਾ ਚਾਹੀਦਾ, ਸਾਡਾ ਜੋ ਬਣੂਗਾ। ਕਿਉਂਕਿ ਹੁਣ ਜਿਸ ਤਰ੍ਹਾਂ ਉਹ ਬਿਆਨ ਦਿੰਦੇ ਨੇ ਕਿ ਸਾਰਾ ਰਾਹੁਲ ਗਾਂਧੀ ਹੀ ਜਿਹੜੇ ਚਿਹਰਾ ਨੇ ਉਹ PM ਦਾ ਹੋਣਗੇ, ਚਾਹੇ ਅਸੀਂ ਸਾਰੇ ਇਕੱਠੇ ਹੋ ਗਏ। ਮਜ਼ਾਕੀਆ ਲਹਿਜੇ 'ਚ ਵੀ ਕਿਹਾ ਗਿਆ ਵੀ ਤੁਸੀਂ ਬਰਾਤ ਚੜੋ, ਤੁਸੀਂ ਦੁੱਲਾ ਬਣੋ, ਅਸੀਂ ਬਰਾਤ ਚੜਾਉਣ ਦੇ ਲਈ ਤਿਆਰ ਆ, ਅਸੀਂ ਸਾਰੇ ਬਰਾਤੀ ਆ ਨਾ। ਉਹ ਇੱਕ ਮਜ਼ਾਕੀਆ ਲਹਿਜੇ ਨਾਲ ਕਿਹਾ ਗਿਆ। ਪਰ ਜੇ ਦੇਖਿਆ ਜਾਵੇ ਤਾਂ ਕੇਜਰੀਵਾਲ ਹੁਣੀ ਉਸ ਮੀਟਿੰਗ 'ਚ ਆਏ, ਪਰ ਜਿਸ ਤਰ੍ਹਾਂ ਉਹ ਮੁੜੇ ਨੇ ਉਹ ਸਾਰਿਆਂ ਨੇ ਦੇਖਿਆ। ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ ਦੇਖੋ, ਕੇਜਰੀਵਾਲ ਸਾਹਿਬ ਦੀ ਤਾਂ ਸਿਆਸਤ ਨਿਆਰੀ ਹੈ। ਇਹਨਾਂ ਨੂੰ ਉਹ ਸਾਡੇ ਆਪਣੇ ਪਿੰਡਾਂ 'ਚ ਇੱਕ ਕਹਾਵਤ ਹੈ ਆਪਣੇ ਕਿ ਟਟੇਰੀ ਨੂੰ ਲੱਗਦਾ ਹੁੰਦਾ ਕਿ ਮੇਰੀਆਂ ਲੱਤਾਂ ਤੇ ਅਸਮਾਨ ਖੜਾ। ਬਿਲਕੁਲ। ਉਹ ਜਦੋਂ ਕੋਈ ਬੰਦਾ ਮੀਡੀਆ 'ਚ ਵੀ ਨਵਾਂ ਆਉਂਦਾ ਜਾਂ ਕੋਈ ਨਵਾਂ ਚੈਨਲ ਸ਼ੁਰੂ ਕਰਦਾ, ਉਹ ਜੇ ਆਪਣੀ ਖਬਰ ਪਾ ਕੇ ਆਪਣੀ ਖਬਰ ਹੀ ਦੇਖੀ ਜਾਵੇ, ਉਹਨੂੰ ਐਂ ਲੱਗੀ ਜਾਂਦਾ ਕਿ ਮੈਂ ਆਪਣੇ ਆਪ ਨੂੰ ਦੇਖ ਰਿਹਾ ਤੇ ਲੋਕ ਮੈਨੂੰ ਹੀ ਦੇਖ ਰਹੇ ਨੇ। ਉਹਨੂੰ ਐ ਨਹੀਂ ਪਤਾ ਹੁੰਦਾ ਕਿ ਫੀਲਡ ਦੇ ਵਿੱਚ ਹੋਰ ਬੰਦੇ ਵੀ ਹੈਗੇ ਨੇ। ਹੁਣ ਤੁਸੀਂ ਹੈਗੇ ਸਿਆਸਤ ਦੇ ਵਿੱਚ ਨਵੇਂ, ਤੁਹਾਡਾ ਹੰਕਾਰ ਤੇ ਐਟੀਟਿਊਡ ਹੈਗਾ ਸਿਖਰ ਦੇ ਉੱਤੇ। ਪਹਿਲਾਂ ਤਾਂ ਤੁਹਾਡੇ ਕੋਲ ਦਿੱਲੀ ਹੈ, ਦਿੱਲੀ ਇੱਕ ਮਿਊਨਿਸਪਲ ਕਾਰਪੋਰੇਸ਼ਨ ਦੇ ਮੁਕਾਬਲੇ 'ਚ ਤੁਹਾਡੀ ਉੱਥੇ ਸਰਕਾਰ ਹੈ। ਜਿੰਨੇ ਕਿ ਤੁਹਾਡੇ ਉੱਥੇ MLA ਆ, ਉਹਨਾਂ MLA ਚਲੋ ਤੁਹਾਡੇ ਕੋਲ ਹੈਗੇ ਨੇ। ਮੇਨ ਹੈਗਾ ਕਿ 7 ਮੈਂਬਰ ਪਾਰਲੀਮੈਂਟ ਨੇ ਉੱਥੇ, ਤੇ ਉਹ 7 ਹੈਗੇ ਨੇ BJP ਦੇ। ਦੂਜਾ ਤੁਹਾਡੇ ਕੋਲ ਹੈਗੇ ਨੇ 92 MLA ਪੰਜਾਬ ਦੇ ਵਿੱਚ, ਤੇ ਤੁਹਾਡੇ ਕੋਲ 10 ਮਹੀਨੇ ਦੇ ਲਈ ਤੁਸੀਂ ਇੱਕ ਸੁਸ਼ੀਲ ਕੁਮਾਰ ਨਿੱਕੂ ਚੁਣਿਆ ਜਿਹੜਾ ਤੁਹਾਡਾ ਮੈਂਬਰ ਪਾਰਲੀਮੈਂਟ ਹੈ। ਜਾਂ ਤਾਂ ਤੁਹਾਡੇ ਕੋਲ ਅੱਧੀ ਪਾਰਲੀਮੈਂਟ ਹੋਵੇ। ਉਹ ਇਸ ਕਰਕੇ ਜਦੋਂ ਪ੍ਰਭ ਦੇਖੋ ਇਹਨਾਂ ਦੀ ਮੀਟਿੰਗ ਹੋਣੀ ਸੀ ਇਹ ਵਿਰੋਧੀ ਪਾਰਟੀਆਂ ਦੀ, ਉਸ ਤੋਂ ਇੱਕ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਇੱਕ ਸ਼ਰਤ ਰੱਖ ਰਹੇ ਨੇ ਉਹਨਾਂ ਅੱਗੇ। ਉਹ ਕਹਿੰਦੇ ਕਿ ਸ਼ਰਤ ਇਹ ਹੈ ਕਿ ਅਸੀਂ ਉਦੋਂ ਤੁਹਾਡੀ ਸਪੋਰਟ ਕਰਾਂਗੇ ਤੇ ਜਦੋਂ ਤੁਸੀਂ ਜਿਹੜਾ ਆਰਡੀਨੈਂਸ ਲੈ ਕੇ ਆਈਏ ਭਾਜਪਾ ਗਵਰਨਰ ਦੇ ਹੱਕ ਦੇ ਵਿੱਚ, ਉਹਦੇ ਤੇ ਤੁਸੀਂ ਰਾਜ ਸਭਾ ਦੇ ਵਿੱਚ ਸਾਡੇ ਨਾਲ ਖੜੋਗੇ। ਵੀ ਭਲੇ ਮਾਨਸੋ ਇੱਕ MP ਹੈ ਤੁਹਾਡੇ ਕੋਲ, ਜਾਂ ਤਾਂ ਤੁਹਾਡੇ ਕੋਲ ਉਹਦੀ ਪਾਰਲੀਮੈਂਟ ਹੋਵੇ, ਤੁਸੀਂ ਸ਼ਰਤਾਂ ਰੱਖਦੇ ਚੰਗੇ ਲੱਗਦੇ ਹੋ। ਉਹਨਾਂ ਨੇ ਸਤਿ ਸ੍ਰੀ ਅਕਾਲ ਕਰਤੀ, ਇਹ ਮੁੜਿਆ ਏ ਉੱਥੇ, ਹੱਥ ਤਾਂ ਮਿਲੇ ਦਿਲ ਮਿਲੇ ਨਹੀਂ ਹੈਗੇ। ਦੂਜਾ ਇਹਨਾਂ ਨੂੰ ਉਮਰ ਅਬਦੁੱਲਾ ਨੇ ਘੇਰ ਲਿਆ, ਫਾਰੂਕ ਅਬਦੁੱਲਾ ਫੈਮਿਲੀ ਨੇ ਘੇਰ ਲਿਆ। ਉਹ ਏਦਾਂ ਘੇਰ ਲਿਆ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਸਪੈਸ਼ਲ ਸਟੇਟਸ ਹਟਾਇਆ ਗਿਆ, ਧਾਰਾ 370 ਤੋੜੀ ਗਈ, ਉਦੋਂ ਭਗਵੰਤ ਮਾਨ ਜਾਂ ਇਹ ਪਾਰਟੀ ਉੱਥੇ ਹੱਕ ਦੇ ਵਿੱਚ ਭੁਗਤੀ BJP ਦੇ। ਹੁਣ ਇਹ ਉੱਥੇ ਗਏ, ਇਹ ਕਹਿੰਦੇ ਕਿ ਸੂਬੇ ਦੇ ਅਧਿਕਾਰਾਂ ਤੇ ਡਾਕਾ, ਯਾਨੀ ਕਿ ਦਿੱਲੀ ਦੇ ਅਧਿਕਾਰਾਂ ਤੇ ਡਾਕਾ, ਫੈਡਰਲਿਜ਼ਮ ਦੇ ਉੱਪਰ ਡਾਕਾ, ਤੁਸੀਂ ਆ ਕੇ ਸਾਡੇ ਨਾਲ ਖੜੋ। ਤਾਂ ਇਹਨਾਂ ਨੂੰ ਉਮਰ ਅਬਦੁੱਲਾ ਨੇ ਇੱਕ ਸਵਾਲ ਕੀਤਾ ਜੰਮੂ ਕਸ਼ਮੀਰ ਤੋਂ। ਉਹ ਕਹਿੰਦੇ ਕਿ ਪਹਿਲਾਂ ਤੁਸੀਂ ਐਂ ਦੱਸੋ, ਜਦੋਂ ਜੰਮੂ ਕਸ਼ਮੀਰ ਦੇ ਹੱਕਾਂ ਦੇ ਉੱਤੇ ਡਾਕੇ ਮਾਰੇ ਜਾ ਰਹੇ ਸੀ, ਉਦੋਂ ਤਾਂ ਤੁਸੀਂ ਪੱਖ ਦੇ ਵਿੱਚ ਭੁਗਤੇ, ਅੱਜ ਕਿਹੜੇ ਮੂੰਹ ਨਾਲ ਤੁਸੀਂ ਆ ਗਏ? ਇਹਨਾਂ ਨੂੰ ਗੱਲ ਨਹੀਂ ਆਈ, ਮੂੰਹ ਇਹ ਲੈ ਕੇ ਆਪਣਾ ਲਟਕਾ ਕੇ ਉੱਥੋਂ ਆ ਗਏ। ਵੀ ਭਲੇ ਮਾਨਸਾ ਤੁਸੀਂ ਸ਼ਰਤਾਂ ਕਿਉਂ ਰੱਖ ਰਹੇ ਹੋ? ਤੁਹਾਡਾ ਹਜੇ ਐਡਾ ਕੈਰੀਅਰ ਨਹੀਂ ਹੈਗਾ, ਤੁਹਾਡੀ ਐਡੀ ਵੱਡੀ ਸਿਆਸਤ ਨਹੀਂ ਹੈਗੀ। ਤੁਸੀਂ ਲਾਲੂ ਦੇ ਮੁਕਾਬਲੇ ਤੁਸੀਂ ਕੀ ਹੋ, ਨਿਤਿਸ਼ ਕੁਮਾਰ ਦੇ ਮੁਕਾਬਲੇ ਤੁਸੀਂ ਕੀ ਹੋ? ਸੋ ਉਹਨਾਂ ਨੇ ਇਹਨਾਂ ਨੂੰ ਐਂਟਰੀ ਨਹੀਂ ਦਿੱਤੀ ਤੇ ਉਸ ਤੋਂ ਬਾਹਰ ਆ ਕੇ ਫਿਰ ਸਟੇਟਮੈਂਟ ਦਿੰਦੇ ਨੇ, ਬਾਹਰ ਆ ਕੇ ਬਿਆਨ ਦਿੰਦੇ ਨੇ। ਬਾਹਰ ਆ ਕੇ ਕੀ ਕਹਿੰਦੇ ਨੇ? ਬਾਹਰ ਆ ਕੇ ਕਹਿੰਦੇ ਨੇ ਕਿ ਕਾਂਗਰਸ ਇਹ ਗੱਲ ਕਲੀਅਰ ਕਰੇ ਕਿ ਸਾਡੇ ਨਾਲ ਹੈ ਜਾਂ ਭਾਜਪਾ ਨਾਲ ਹੈ। ਤੁਹਾਨੂੰ ਪਹਿਲਾਂ ਨਹੀਂ ਸੀ ਪਤਾ ਭਾਜਪਾ ਨਾਲ ਹੈ ਕਾਂਗਰਸ? ਜੇ ਤੁਹਾਨੂੰ ਐਂ ਲੱਗਦਾ ਸੀ ਕਿ ਕਾਂਗਰਸ ਭਾਜਪਾ ਨਾਲ ਹੈ ਪਹਿਲਾਂ, ਤੁਸੀਂ ਨਾ ਜਾਂਦੇ। ਤੁਸੀਂ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ, ਤਾਮਿਲਨਾਡੂ ਦੇ ਵਿੱਚ ਜਾ ਕੇ MK ਸਟਾਲਿਨ ਦੇ ਨਾਲ ਗੱਲਬਾਤ ਕੀਤੀ, ਤੁਸੀਂ ਹਿਮੰਤ ਸੋਰੇਨ ਕੋਲ ਗਏ, ਤੁਸੀਂ ਮਮਤਾ ਬੈਨਰਜੀ ਕੋਲੇ ਤੁਸੀਂ ਗਏ, ਤੁਸੀਂ ਕਿਹੜਾ ਲੀਡਰ ਛੱਡਿਆ ਜਿਹਦੇ ਕੋਲ ਗਏ ਨਹੀਂ ਹੈਗੇ? ਤੁਸੀਂ ਅੰਦਰ ਖਾਤੇ ਕੋਸ਼ਿਸ਼ਾਂ ਤਾਂ ਤੁਸੀਂ ਪੂਰੀਆਂ ਕਰ ਲਈਆਂ। ਹਾਂ, ਨਹੀਂ ਇਹ ਪ੍ਰਭਜੋਤ ਐਂ ਦਿਖਾਉਣਾ ਚਾਹੁੰਦੇ ਸੀ, ਇਹ ਕਹਿੰਦੇ ਸੀ ਕਿ ਕੇਜਰੀਵਾਲ ਸਾਹਿਬ ਹੋਣ, ਉਹਨਾਂ ਦੀ ਆਹ ਪਾਰਟੀ ਹੋਵੇ ਤੇ ਸਾਰੀ ਦੇਸ਼ ਨੂੰ, ਸਾਰੀ ਕੰਟਰੀ ਨੂੰ ਐਂ ਲੱਗੇ ਕਿ ਕਾਂਗਰਸ, MK ਸਟਾਲਿਨ, ਮਮਤਾ ਬੈਨਰਜੀ, ਇਹ ਸਾਰੇ ਕੇਜਰੀਵਾਲ ਦੇ ਪਿੱਠ ਦੇ ਉੱਤੇ ਖੜੇ ਨੇ।
ਤੁਸੀਂ ਇੱਕ ਤਾਂ ਉਹਨਾਂ ਤੋਂ ਮਦਦ ਮੰਗਣ ਜਾ ਰਹੇ ਹੋ ਕਿ ਸਾਡੇ ਨਾਲ ਕਰ ਗਈ ਭਾਜਪਾ ਧੱਕਾ ਤੇ ਸਾਡੇ ਨਾਲ ਖੜੋ, ਮਦਦ ਵੀ ਸ਼ਰਤਾਂ ਤੇ ਮੰਗ ਰਹੇ ਹੋ ਕਿ ਅਸੀਂ ਤੁਹਾਡੇ ਨਾਲ ਤਾਂ ਇਸ ਕਰਕੇ ਆਵਾਂਗੇ ਜੇਕਰ ਤੁਸੀਂ ਸਾਡੀ ਸਪੋਰਟ ਕਰੋਗੇ। ਸੋ ਐਵੇਂ ਬਸ ਇਹਨਾਂ ਦੀ ਚੱਲੇ ਵਾਲੀਆਂ ਬਾਤਾਂ ਨੇ, ਐਡਾ ਕੋਈ ਗੱਲਬਾਤ ਹੈ ਨਹੀਂ ਜੀ। ਮਤਲਬ ਇੱਥੇ ਕਹਿ ਸਕਦੇ ਆ ਵੀ ਜਿਵੇਂ ਕਹਿੰਦੇ ਆ ਨਾ ਵੀ ਸਿਆਸਤ ਕਰਨ ਲਈ ਤਜਰਬਾ ਚਾਹੀਦਾ ਹੈ, ਤਜਰਬੇ ਦੀ ਤਾਂ ਗੱਲ ਵੱਖਰੀ ਰਹੀ। ਇਹ ਪੌੜੀ ਦੇ ਹਜੇ ਪਹਿਲੇ ਸਟੈਪ ਤੇ ਚੜੇ ਨੇ, ਪਰ ਗੱਲਾਂ ਇਹ ਕਰ ਰਹੇ ਨੇ ਵੀ ਅਸੀਂ ਵੀ ਸਿਖਰ ਦੇ ਉੱਪਰ ਖੜੇ ਆ, ਸਾਡਾ ਮੁਕਾਬਲਾ ਕਿਸੇ ਨਾਲ ਨਹੀਂ, ਅਸੀਂ ਸਭ ਤੋਂ ਉੱਪਰ ਖੜੇ ਆ ਜੀ। ਨਹੀਂ ਦੇਖੋ, ਇਹਨਾਂ ਨੂੰ ਇੱਥੇ ਪ੍ਰਭਜੋਤ ਖੜਾਇਆ ਹੋਇਆ ਲੈ ਕੇ, ਤੁਸੀਂ ਇੱਕ ਗੱਲ ਦੇਖੋ ਕਿ ਦਿੱਲੀ ਦੇ ਵਿੱਚ ਇਹਨਾਂ ਦੇ ਐਮਐਲਏ ਨੇ, ਦਿੱਲੀ ਦੇ ਵਿੱਚ ਇਹਨਾਂ ਕੋਲ ਐਮਐਲਏ ਨੇ ਜੀ, ਉਹਨਾਂ ਹੀ ਲੋਕਾਂ ਨੇ ਐਮਐਲਏ ਚੁਣੇ ਨੇ ਵੋਟ ਪਾ ਕੇ ਜਿਨ੍ਹਾਂ ਨੇ ਮੈਂਬਰ ਪਾਰਲੀਮੈਂਟ ਚੁਣਨੇ ਸੀ। ਬਿਲਕੁਲ। ਤੇ ਉਹਨਾਂ ਨੇ ਐਮਐਲਏ ਦੀ ਵੋਟ ਇਹਨਾਂ ਨੂੰ ਪਾਤੀ, ਮੈਂਬਰ ਪਾਰਲੀਮੈਂਟ ਭਾਜਪਾ ਦੇ ਚੁਣ ਲਏ। ਯਾਨੀ ਕਿ ਜਿਹੜੇ ਲੋਕ ਉੱਥੇ ਇਹਨਾਂ ਨੂੰ ਬਣਾਉਣ ਵਾਲੇ ਨੇ ਉਹ ਲੋਕ ਪਿੱਛੇ ਹੈਗੇ ਨੇ, ਉਹ ਕਹਿੰਦੇ ਨੇ ਕਿ ਆ ਤੁਹਾਡੇ ਐਮਐਲਏ ਠੀਕ ਹੈ, ਇੰਨੇ ਤੱਕ ਤੁਸੀਂ ਕਰੀ ਜਾਓ, ਐਮਪੀ ਇੱਥੇ ਸਾਡੇ ਹੋਣਗੇ। ਯਾਨੀ ਕਿ ਜਿਹੜੀਆਂ ਸ਼ਕਤੀਆਂ ਮਹਾਸ਼ਕਤੀਆਂ ਵੱਡੀ ਸਰਕਾਰ ਦੇ ਪਿੱਛੇ ਨੇ ਉਹੀ ਇਹਨਾਂ ਦੇ ਪਿੱਛੇ ਨੇ। ਇਹਨਾਂ ਦਾ ਕੰਮ ਤਾਂ ਇੰਨਾ ਕੁ ਹੋਊਗਾ ਕਿਤੇ ਨਾ ਕਿਤੇ ਕਿ ਜਿਹੜਾ ਮਹਾਗਠਜੋੜ ਬਣ ਰਿਹਾ ਦੇਸ਼ ਦੇ ਵਿੱਚ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦੇ ਲਈ, ਉਸ ਨੂੰ ਕਿਸੇ ਤਰੀਕੇ ਦੇ ਨਾਲ ਇਹ ਢਾਹ ਲਾ ਸਕਣ। ਬਸ ਉਹ ਬਿਆਨ ਇਹਨਾਂ ਦੇ ਸ਼ੁਰੂ ਆ ਗਏ। ਮੈਂ ਤੁਹਾਡੀ ਮੰਨ ਲਿਆ ਢਾਹ ਲਾ ਸਕਣ, ਚਲੋ ਠੀਕ ਹੈ, ਉਹਨਾਂ ਨੂੰ ਤੁਸੀਂ ਢਾਹ ਲਾ ਰਹੇ ਹੋ। ਬੀਜੇਪੀ ਦੇ ਨਾਲ ਤੁਸੀਂ ਕਹਿ ਰਹੇ ਹੋ ਸਾਡੀ ਬਣਦੀ ਨਹੀਂ, ਠੀਕ ਹੈ, ਫਿਰ ਤੁਸੀਂ ਕਿਹੜੇ ਰਾਹ ਤੇ ਤੁਰਨਾ ਚਾਹੁੰਦੇ ਹੋ? ਨਹੀਂ, ਇਹਨਾਂ ਦਾ ਕੋਈ ਰਾਹ ਹੈਗਾ ਹੀ ਨਹੀਂ। ਇਹ ਤਾਂ ਇਹਨਾਂ ਨੇ ਗਲ 'ਚ ਢੋਲ ਪਾਇਆ ਹੋਇਆ। ਪਹਿਲਾਂ ਤਾਂ ਇਹ ਕਰਦੇ ਨੇ ਅਟੈਕ, ਜਦੋਂ ਅਟੈਕ ਬਣਦਾ ਨਹੀਂ ਫਿਰ ਇਹਨਾਂ ਕੋਲ ਇੱਕ ਹੋਰ ਬੜਾ ਸੋਹਣਾ ਰਾਗ ਹੈ, ਇਹ ਪਿੱਟਦੇ ਬਹੁਤ ਸੋਹਣਾ ਕਿ ਸਾਡੇ ਨਾਲ ਧੱਕਾ ਹੋ ਗਿਆ, ਸਾਡੇ ਨਾਲ ਧੱਕਾ ਹੋ ਗਿਆ। ਤੇ ਹੁਣ ਜਿਵੇਂ ਪੰਜਾਬ ਦੇ ਵਿੱਚ ਮਾਨ ਸਾਹਿਬ ਨੇ, ਚਲੋ ਮਾਨ ਸਾਹਿਬ ਤਾਂ ਵਿਚਾਰੇ ਭੋਲੇ ਬੰਦੇ ਨੇ ਹੈਗੇ, ਇਕੱਲੇ ਨੇ, ਉੱਪਰੋਂ ਸਿੱਖਾਂ ਨਾਲ ਪੰਗਾ ਲੈ ਲਿਆ ਉਹਨਾਂ ਨੇ। ਕੇਜਰੀਵਾਲ ਪਿੱਛੇ ਤਾਂ ਲੋਕ ਨੇ, ਕੇਜਰੀਵਾਲ ਪਿੱਛੇ ਉਹ ਲੋਕ ਨੇ, ਆਰਥਿਕ ਸ਼ਕਤੀਆਂ ਨੇ, ਵੱਡੀਆਂ ਸ਼ਕਤੀਆਂ ਨੇ, ਇਹਦੇ ਤਾਂ ਭੋਲੇ ਪਿੱਛੇ ਕੋਈ ਹੈ ਵੀ ਨਹੀਂ। ਤੇ ਇਸ ਕਰਕੇ ਇਹ ਫਿਰ ਜੇਕਰ ਇਹਨਾਂ ਦੀ ਗੱਲ ਨਹੀਂ ਬਣਦੀ ਹੈਗੀ, ਪਿੱਟਦੇ ਵੱਡੇ ਸੋਹਣਾ ਨੇ ਕਿ ਆਹ ਦੇਖੋ ਸਾਡੇ ਨਾਲ ਭਾਜਪਾ ਧੱਕਾ ਕਰਦੀ ਹੈ, ਇੱਥੇ ਸਾਡੇ ਨਾਲ ਅਕਾਲੀ ਧੱਕਾ ਕਰਦੇ ਆ। ਜਦੋਂ ਅੰਨਾ ਹਜ਼ਾਰੇ ਦੀ ਮੂਵਮੈਂਟ ਚੱਲੀ ਸੀ, ਉਦੋਂ ਆਪਾਂ ਕਾਲਜ ਦੇ ਵਿੱਚ ਪੜ੍ਹਦੇ ਸੀ। ਬਿਲਕੁਲ। ਜਦੋਂ ਸਕੂਲ ਦੇ ਵਿੱਚ ਜਦੋਂ ਅੰਨਾ ਹਜ਼ਾਰੇ ਦੀ ਮੂਵਮੈਂਟ ਚੱਲੀ ਸੀ, ਉਦੋਂ ਇਹ ਕੀ ਕਹਿੰਦੇ ਸੀ, ਲੋਕਪਾਲ ਬਿੱਲ ਲੈ ਕੇ ਆਵਾਂਗੇ। ਦਿੱਲੀ ਦੇ ਵਿੱਚ ਆ ਗਿਆ ਲੋਕਪਾਲ ਬਿੱਲ? ਨਹੀਂ। ਚਲੋ ਦਿੱਲੀ ਦੇ ਵਿੱਚ ਮੰਨ ਲਈਏ ਕਿ ਆਪਾਂ, ਤੁਸੀਂ ਕਹਿੰਦੇ ਹੋ ਕਿ ਯੂਟੀ ਹੈ, ਪੂਰਨ ਰਾਜ ਨਹੀਂ ਹੈਗਾ, ਭਾਜਪਾ ਦਾ ਉੱਥੇ ਕੰਟਰੋਲ ਹੈ, ਨਹੀਂ ਲੈ ਕੇ ਆ ਸਕਦੇ। ਪੰਜਾਬ ਦੇ ਵਿੱਚ ਆ ਗਿਆ। ਬਿਲਕੁਲ, ਸਾਲ ਤੋਂ ਉੱਪਰ ਹੋ ਗਿਆ। ਹਾਂ, 12 ਮਹੀਨੇ ਤੁਹਾਡੀ ਸਰਕਾਰ ਬਣੀ ਹੋਊਗੀ, ਪੰਜਾਬ ਦੇ ਵਿੱਚ ਆ ਗਿਆ ਲੋਕਪਾਲ ਬਿੱਲ। ਐਵੇਂ ਹੀ ਮਤਲਬ ਉਹ ਕਰੀ ਜਾਣਾ, ਐਵੇਂ ਰੋਈ ਜਾਣਾ। ਇਹਨਾਂ ਦੀ ਵੀ ਸਿਆਸਤ ਉਹਨਾਂ ਵਰਗੀ ਉਹ ਹੋਊਗੀ ਜਿਨ੍ਹਾਂ ਨੂੰ ਪਾਸੇ ਕਰਕੇ ਆਹ ਸੱਤਾ ਦੇ ਵਿੱਚ ਆਏ ਸੀ। ਜੀ ਗੁਰਜਿੰਦਰ ਜੀ, ਹੁਣ ਇਹ ਇਕੱਠੇ ਹੋ ਗਏ ਸਾਰੇ, ਭਾਜਪਾ ਇੱਕ ਪਾਸੇ ਰਹਿ ਗਈ। ਜੇ ਗੱਲ ਕਰੀਏ ਓਵਰਆਲ, ਤੁਹਾਡਾ ਜਿੰਨਾ ਤੁਸੀਂ ਸਟੱਡੀ ਕੀਤੀ ਹੈ, ਜਿੰਨਾ ਪੜ੍ਹ ਰਹੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 2024 ਦੀ ਚੋਣ ਦੇ ਵਿੱਚ ਪੰਜਾਬ ਦੀ ਕੀ ਭੂਮਿਕਾ ਰਹੇਗੀ? ਜੀ ਦੇਖੋ, ਪੰਜਾਬ ਦਾ ਤਾਂ ਬੜਾ ਕਲੀਅਰ ਕੱਟ ਜਾ ਹੋਊਗਾ ਪ੍ਰਭਜੋਤ। ਇੱਥੇ ਵੀ ਆਮ ਆਦਮੀ ਪਾਰਟੀ ਦੀ ਦੇਖੋ, ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਥੇ, ਤੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਹੈ। ਤੇ ਦੋਨੋਂ ਸੂਬਿਆਂ ਦੀ ਵੀ ਸਰਕਾਰ ਹੈ ਇਹਨਾਂ ਦੀ, ਤੇ ਜ਼ੋਰ ਦੋਨੋਂ ਦਾ ਇਸ ਕਰਕੇ ਲੱਗਿਆ ਹੋਇਆ ਕਿ ਕੇਜਰੀਵਾਲ ਨੂੰ ਅਸੀਂ ਪ੍ਰਧਾਨ ਮੰਤਰੀ ਬਣਾ ਦਈਏ, ਭਾਵੇਂ ਕਿਵੇਂ ਬਣਾ ਦਈਏ ਪ੍ਰਧਾਨ ਮੰਤਰੀ। ਜਦੋਂ 24 ਦੀ ਇਲੈਕਸ਼ਨ ਆਉਣੀ ਹੈ ਤਾਂ ਮਾਨ ਸਾਹਿਬ ਦਾ ਫੋਕਸ ਹੋ ਜਾਣਾ ਪੰਜਾਬ ਦੇ ਉੱਪਰ। ਰਹਿ ਗਏ ਕੇਜਰੀਵਾਲ ਸਾਹਿਬ ਇਕੱਲੇ, ਉਹ ਆਪਣੇ ਸੱਤਾਂ ਦੇ ਵਿੱਚੋਂ ਇੱਕ ਹੀ ਜਿਤਾ ਜਾਣ, ਉਹ ਇੱਕ ਵੱਡੀ ਗੱਲ ਹੋਊਗੀ ਕਿਤੇ ਨਾ ਕਿਤੇ। ਚਲੋ ਮਾਨ ਸਾਹਿਬ ਦੇ ਨਾਲੋਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਦੀ ਕ੍ਰੈਡੀਬਿਲਿਟੀ ਲੋਕਾਂ ਦੇ ਵਿੱਚ ਹੈਗੀ ਹੈ, ਕਿਉਂਕਿ ਉੱਥੇ ਜੌਬ ਸਿਸਟਮ ਹੈ, ਉੱਥੇ 9 ਤੋਂ 5 ਵਾਲਾ ਸਰਕਲ ਹੈ ਸਾਰਾ, ਕਿ ਜੌਬ ਤੇ ਜਾਣਾ ਹੋਣਾ। ਉਹਨਾਂ ਲੋਕਾਂ ਨੂੰ ਸਕੂਲ ਚਾਹੀਦੇ ਨੇ, ਉਹਨਾਂ ਲੋਕਾਂ ਨੂੰ ਪਾਣੀ ਚਾਹੀਦਾ, ਸਭ ਕੁਝ, ਮਤਲਬ ਸਿੱਖਿਆ, ਸਿਹਤ, ਐਜੂਕੇਸ਼ਨ, ਇਹ ਸਭ ਕੁਝ ਉਹਨਾਂ ਕੋਲ ਹੈਗਾ। ਪਰ ਪੰਜਾਬ ਦੇ ਵਿੱਚ ਕੀ ਹੈ, ਪੰਜਾਬ ਸਰਹੱਦੀ ਸੂਬਾ, ਪੰਜਾਬ ਦੇ ਆਪਣੇ ਮਸਲੇ ਨੇ। ਹਾਂ, ਪੰਜਾਬ ਦੇ ਵਿੱਚੋਂ ਤਾਂ ਥੋੜੇ ਸਮੇਂ ਬਾਅਦ ਮੰਗ ਉੱਠ ਜਾਂਦੀ ਹੈ ਕਿ ਸਾਨੂੰ ਤਾਂ ਖਾਲਿਸਤਾਨ ਬਣਾਉਣਾ, ਸਾਨੂੰ ਤਾਂ ਅਲੱਗ ਦੇਸ਼ ਚਾਹੀਦਾ, ਕਿਉਂਕਿ ਉਹ ਜਿਹੜੇ ਕਾਰਨ ਨੇ ਜਾਂ ਡੂੰਘੇ ਕਾਰਨ ਨੇ, ਉਹ ਕਾਰਨ ਪਏ ਨੇ, ਹਜੇ ਜੜ੍ਹਾਂ ਦੇ ਵਿੱਚ ਪਏ ਨੇ। ਸੋ ਦਿੱਲੀ ਤੇ ਉਹ ਅਲੱਗ ਹੈ। ਬਾਕੀ ਭੂਮਿਕਾ ਰਹੂਗੀ ਕੀ, ਜਿਹੜਾ ਆਹ ਗੱਠਜੋੜ ਬਣਿਆ ਇਹਨਾਂ ਦਾ, ਇਸ ਗੱਠਜੋੜ ਦੇ ਵੀ ਬੜੇ ਮਾਇਨੇ ਨੇ ਪੰਜਾਬ ਦੇ ਵਿੱਚ। ਜਦੋਂ 3 ਖੇਤੀ ਕਾਨੂੰਨ ਆਏ ਸੀ, ਉਦੋਂ ਸ਼੍ਰੋਮਣੀ ਅਕਾਲੀ ਦਲ ਐਨਡੀਏ ਦੇ ਵਿੱਚੋਂ ਬਾਹਰ ਆ ਗਿਆ ਸੀ। ਜਦੋਂ ਐਨਡੀਏ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਬਾਹਰ ਆਇਆ ਤਾਂ ਚੰਦੂ ਮਹਿਰਾ ਸਾਹਿਬ ਦੀ ਡਿਊਟੀ ਲਾਈ ਸੁਖਬੀਰ ਸਿੰਘ ਬਾਦਲ ਨੇ ਕਿ ਜਿਹੜੀ ਖੇਤਰੀ ਪਾਰਟੀਆਂ ਨੇ, ਉਹਨਾਂ ਪਾਰਟੀਆਂ ਨੂੰ ਇਕੱਠੇ ਕਰੋ ਤੁਸੀਂ। ਚੰਦੂ ਮਹਿਰਾ ਸਾਹਿਬ ਇੱਥੋਂ ਗਏ, ਜਾ ਕੇ ਮਮਤਾ ਬੈਨਰਜੀ ਦੇ ਨਾਲ ਮੁਲਾਕਾਤ ਕੀਤੀ ਕਿ ਅਸੀਂ ਤੁਹਾਨੂੰ ਨਾਲ ਚੱਲਣਾ ਚਾਹੁੰਦੇ ਹਾਂ। ਹੁਣ ਇੱਥੇ ਸਵਾਲ ਇਹ ਹੈ ਕਿ ਮਮਤਾ ਬੈਨਰਜੀ ਆ ਗਏ ਕਾਂਗਰਸ ਦੇ ਨਾਲ, ਅਕਾਲੀ ਭੱਜ ਕੇ ਗਏ ਸੀ ਮਮਤਾ ਬੈਨਰਜੀ ਦੇ ਕੋਲੇ। ਜੇ ਹੁਣ ਮਮਤਾ ਬੈਨਰਜੀ ਨਾਲ ਇਹ ਆਪਣਾ ਗੱਠਜੋੜ ਰੱਖਣਾ ਚਾਹੁੰਦੇ ਨੇ ਤਾਂ ਇਹਨਾਂ ਦਾ ਗੱਠਜੋੜ ਆਟੋਮੈਟਿਕਲੀ ਕਾਂਗਰਸ ਨਾਲ ਹੋ ਜਾਣਾ। ਬਿਲਕੁਲ, ਇਹਦਾ ਮਤਲਬ ਹੈ ਕਿ ਉੱਥੇ ਨਹੀਂ ਜਾਣਗੇ, ਇਹ ਜਾਣਗੇ ਬੀਜੇਪੀ ਦੇ ਨਾਲ। ਅੱਜ ਨਹੀਂ ਤਾਂ ਕੱਲ ਅਕਾਲੀਆਂ ਦਾ ਅਲਾਈਅੰਸ ਹੋ ਜਾਊਗਾ ਬੀਜੇਪੀ ਦੇ ਨਾਲ। ਤੇ ਰਹਿ ਗਈ ਕਾਂਗਰਸ। ਕਾਂਗਰਸ ਅੱਧੀ ਤੋਂ ਵੱਧ ਤਾਂ ਭਾਜਪਾ ਹੀ ਹੋਊਗੀ ਕਾਂਗਰਸ। ਵੱਡੇ ਜਿਹੜੇ ਸੁਨੀਲ ਜਾਖੜ ਵਰਗੇ ਵੱਡੇ ਫੇਸ ਸੀ, ਹਾਂ, ਭਾਵੇਂ ਠੀਕ ਹੈ ਪੰਜਾਬ ਦੇ ਵਿੱਚ ਜਿਹੜੀ ਕਾਸਟ ਹੈ ਵੱਡੇ ਪੱਧਰ ਤੇ ਡੋਮੀਨੇਟ ਨਹੀਂ ਕਰਦੀ, ਪਰ ਕਿਤੇ ਨਾ ਕਿਤੇ ਕਰਦੀ ਹੈ। ਹਿੰਦੂ ਚਿਹਰਾ ਸੁਨੀਲ ਜਾਖੜ ਉਹ ਚਲੇ ਗਏ, ਫਤਿਹ ਜੰਗ ਬਾਜਵਾ ਉਹ ਚਲੇ ਗਏ, ਮਨਪ੍ਰੀਤ ਬਾਦਲ ਉਹ ਚਲੇ ਗਏ। ਕਾਂਗਰਸ ਬਚੀ ਕਿੰਨੀ ਹੈ, ਥੋੜੀ ਜਿਹੀ ਕਾਂਗਰਸ ਬਚੀ ਹੈ, ਕੁਝ ਵੋਟ ਉਧਰ ਚਲੇ ਗਈ। ਯਾਨੀ ਕਿ ਇੱਥੇ ਤਾਂ ਇਹ ਰਹੂਗਾ ਕਿ ਵੈਸੇ ਸਮੇਂ ਤੋਂ ਪਹਿਲਾਂ ਕਲੀਅਰ ਤਾਂ ਨਹੀਂ ਹੁੰਦਾ ਕੀ ਹੋਊਗਾ,
2-2 3-3 MP ਆਉਣਗੇ ਸਾਰਿਆਂ ਦੇ ਜੀ ਕਲੀਅਰ ਕੱਟ ਮੈਜੋਰਟੀ ਕਿਸੇ ਨੂੰ ਕਿਸੇ ਨੂੰ ਨਹੀਂ ਨਹੀਂ ਮਿਲਣੀ ਕਿਸੇ ਨੂੰ ਨਹੀਂ ਮਿਲਣੀ ਜੀ। ਆਹ ਹਾਲਾਤ ਪੰਜਾਬ ਦੇ ਵਿੱਚ ਰਹਿਣਗੇ ਜੀ। ਜੀ ਜੇਕਰ ਆਪਾਂ ਭਾਜਪਾ ਦੇ ਜਿੰਨੇ ਵੀ ਲੀਡਰ ਨੇ ਜੀ ਉਹਨਾਂ ਦੇ ਬਿਆਨਾਂ ਦੀ ਗੱਲ ਕਰੀਏ ਤਾਂ ਉਹ ਸਾਰੇ ਇਹ ਕਹਿ ਰਹੇ ਨੇ ਕਿ ਇਹ ਸਾਰੇ ਡਰ ਚੁੱਕੇ ਨੇ, ਇਹਨਾਂ ਦਾ ਮਕਸਦ ਹੈ ਜਿਹੜਾ ਉਹ ਮੋਦੀ ਨੂੰ ਹਰਾਉਣਾ ਹੈ, ਕਿਉਂਕਿ ਮੋਦੀ ਉਹਨਾਂ ਦੀ ਛਵੀ ਇਸ ਤਰ੍ਹਾਂ ਦੀ ਕਿਰਦਾਰ ਇਸ ਤਰ੍ਹਾਂ ਦਾ ਬਣ ਚੁੱਕਿਆ ਹੈ ਕਿ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ, ਇਸ ਲਈ ਇਹ ਇਕੱਠੇ ਹੋ ਕੇ ਮੋਦੀ ਸਾਹਿਬ ਨੂੰ ਹਰਾਉਣਾ ਚਾਹੁੰਦੇ ਨੇ। ਹੁਣ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਮੋਦੀ ਉਹਨਾਂ ਦੀ ਛਵੀ ਜਿਹੜੀ ਬਣੀ ਸੀ ਉਹ ਨਹੀਂ ਰਹੀ, ਹੁਣ ਉਹ ਡਾਊਨ ਆ ਚੁੱਕੀ ਹੈ ਬਹੁਤ ਜ਼ਿਆਦਾ, ਠੀਕ ਹੈ। ਸੋ ਉਹਨਾਂ ਦੇ ਬਿਆਨਾਂ ਦਾ ਕੀ ਆਧਾਰ ਹੈ, ਕਿਉਂਕਿ ਆਪਾਂ ਅਕਸਰ ਦੇਖਿਆ ਵੀ ਸ਼ਬਦਾਵਲੀ ਦੀ ਗਲਤ ਫਲਤ ਵਰਤੋਂ ਕਰਨੀ, ਉਹ ਸਾਰਾ ਕੁਝ ਹੁਣ ਚੱਲ ਰਿਹਾ, ਕੋਈ ਗਲਤ ਬਿਆਨ ਦੇ ਰਿਹਾ, ਕੋਈ ਸਹੀ ਬਿਆਨ ਦੇ ਰਿਹਾ, ਭਾਸ਼ਾ ਦਾ ਕੰਟਰੋਲ ਨਹੀਂ ਰਿਹਾ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਬਿਆਨ ਨੇ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਇਫੈਕਟ ਕਰਨਗੇ ਜਾਂ ਨਹੀਂ? ਦੇਖੋ ਪੰਜਾਬ ਭਾਜਪਾ ਕਹਿੰਦੀ ਹੈ ਕਿ ਮੋਦੀ ਸਾਹਿਬ ਨੂੰ ਦੀ ਛਵੀ ਖਰਾਬ, ਦੇਖੋ ਮੋਦੀ ਸਾਹਿਬ ਦੇ ਉੱਤੇ ਲੇਪ ਕੀਤਾ ਹੋਇਆ ਸੀ ਝੂਠ ਦਾ, ਉਹ ਹੁਣ ਉਸ ਲੇਪ ਨੂੰ 10 ਸਾਲ ਹੋ ਗਏ, ਪਹਿਲਾਂ 15 ਸਾਲ ਨੂੰ ਗੁਜਰਾਤ ਦੇ ਵਿੱਚ ਹੋ ਗਏ, ਉਹ ਲੇਪ ਹੁਣ ਫਿੱਕਾ ਪੈ ਗਿਆ। ਤੇ ਜੇਕਰ ਭਾਜਪਾ ਨੂੰ ਇਹ ਲੱਗਦਾ ਕਿ ਮੋਦੀ ਸਾਹਿਬ ਬੜੇ ਪਪੂਲਰ ਨੇ ਜਾਂ ਹੋਰ ਨੇ, ਤਾਂ ਉਹਨਾਂ ਦੀ ਰੈਲੀ ਦੇ ਵਿੱਚ ਕੁਰਸੀਆਂ ਖਾਲੀ ਕਿਉਂ ਰਹਿ ਜਾਂਦੀਆਂ? ਬਿਲਕੁਲ। ਜੇਕਰ ਤੁਸੀਂ ਅੱਜ ਅਮਰੀਕਾ ਗਏ ਹੋਏ ਹੋ, ਉੱਥੇ ਤੁਹਾਨੂੰ ਆਰਐਸਐਸ ਦੇ ਬੰਦੇ ਖੜੇ ਕਰਨੇ ਪੈ ਗਏ, ਉੱਥੇ ਤੁਹਾਨੂੰ ਬੀਜੇਪੀ ਦੇ ਬੰਦੇ ਖੜੇ ਕਰਨੇ ਪੈ ਗਏ। ਜਦੋਂ ਇੱਕ ਕਿਸੇ ਵਿਦੇਸ਼ ਦੀ ਸਿੰਗਰ ਨੇ ਪੈਰਾਂ ਹੱਥ ਲਾਤੇ ਮੋਦੀ ਦੇ, ਤਾਂ ਤੁਸੀਂ ਉਸ ਨੂੰ ਪੇਸ਼ ਕਰ ਰਹੇ ਕਿ ਮੋਦੀ ਸਾਹਿਬ ਦਾ ਅਵਤਾਰ ਨੇ, ਆ ਦੇਖੋ ਵੱਡੇ ਵੱਡੇ ਜਿਹੜੇ ਲੋਕ ਨੇ ਆਹ ਮੋਦੀ ਸਾਹਿਬ ਦੇ ਪੈਰਾਂ ਦੇ ਵਿੱਚ ਪੈਂਦੇ ਨੇ। ਸੋ ਇਹਦੇ ਚ ਪ੍ਰਭਜੋਤ ਕੁਛ ਨਹੀਂ ਹੈਗਾ, ਇਹ ਤਾਂ ਇਹ ਲਾ ਲਓ ਇੱਕ ਝੂਠ ਦਾ ਫਿਨੋਮੇਨਾ ਇਹਨਾਂ ਨੇ ਘੜਿਆ ਹੋਇਆ ਸੀ। ਭਾਵੇਂ 15 ਲੱਖ ਖਾਤਿਆਂ ਦੇ ਵਿੱਚ ਆਉਣਗੇ, ਜਾਂ ਅਸੀਂ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਕਰ ਦਾਂਗੇ, ਜਾਂ ਮੈਂ ਮਾਂ ਗੰਗਾ ਦਾ ਜਾਇਆ ਹਾਂ, ਮਾਂ ਗੰਗਾ ਨੇ ਬੁਲਾਇਆ, ਗੰਗਾ ਦੀ ਹਾਲਤ ਦੇਖ ਲਓ ਤੁਸੀਂ ਹੁਣ ਕੀ ਹੈ, ਇਹ ਕੁਛ ਨਹੀਂ ਹੈਗਾ। ਹਾਂ, ਬੀਜੇਪੀ ਤਾਂ ਕਾਰਪੋਰੇਟ ਅਦਾਰਿਆਂ ਨੂੰ ਫਾਇਦਾ ਦੇਣ ਤੇ ਲੱਗੀ ਹੋਈ ਹੈ। ਬੀਜੇਪੀ ਦਾ ਇੱਕੋ ਪਾਲਿਸੀ ਹੈ ਕਿ ਪ੍ਰਾਈਵੇਟਾਈਜੇਸ਼ਨ ਕਰ ਦਿਓ ਸਾਰੇ ਦੇਸ਼ ਦੀ, LIC ਦੀ ਕਰਤੀ, ਤੇ ਇੱਥੇ ਅਡਾਨੀ ਅੰਬਾਨੀ ਦੇ ਵੱਡੇ ਉਹਨਾਂ ਦੇ ਲਈ ਰਾਹ ਖੋਲ੍ਹਤੇ ਇਹਨਾਂ ਨੇ, ਰੇਲ ਵੇਚਤੀ ਇਹਨਾਂ ਨੇ, ਕਿੰਨੇ ਜਿਹੜੇ ਅਹਿਮ ਸਥਾਨ ਸੀ, ਹਿਸਟੋਰੀਕਲ ਪਲੇਸ ਸੀ ਜਿਹੜੇ ਇੰਡੀਆ ਦੇ, ਉਹ ਇਸ ਗਵਰਨਮੈਂਟ ਨੇ ਜਿਹੜੀ ਹੈਗੀ ਆ ਉਹ ਗਹਿਣੇ ਧਰਤੇ। ਸੋ ਇਹ ਤਾਂ ਇੱਕ ਨਿੱਜੀਕਰਨ ਵੱਲ ਦੇਸ਼ ਨੂੰ ਤੋਰ ਰਹੇ ਨੇ। ਖੇਤੀ ਇੱਕ ਵੱਡਾ ਇਸ ਦੇਸ਼ ਦੇ ਵਿੱਚ ਸਕੋਪ ਹੈ। ਸਕੋਪ ਤੋਂ ਭਾਵ ਕਿ ਦੇਖੋ ਜਿੱਥੇ ਵੀ ਲੋਕ ਹੋਣਗੇ, ਜਿੱਥੇ ਵੀ ਦੁਨੀਆ ਹੋਊਗੀ, ਤਾਂ ਉਹਨਾਂ ਨੂੰ ਅਨਾਜ ਦੀ ਰੋਟੀ ਦੀ ਲੋੜ ਹੋਊਗੀ। ਜਦੋਂ ਕੋਵਿਡ ਦੇ ਵਿੱਚ ਕਾਰਪੋਰੇਟ ਘਰਾਣੇ ਨਾਲ ਦੇਖ ਲਿਆ ਕਿ ਬੰਦਾ ਕਾਰ ਬਿਨਾਂ, ਮੋਬਾਈਲ ਬਿਨਾਂ, ਕੋਠੀ ਬਿਨਾਂ, ਹਰ ਇੱਕ ਚੀਜ਼ ਤੋਂ ਸਾਰ ਸਕਦਾ, ਕਿ ਬੰਦਾ ਰੋਟੀ ਤੋਂ ਬਿਨਾਂ ਨਹੀਂ ਸਾਰ ਸਕਦਾ, ਤਾਂ ਉਹਨਾਂ ਨੇ ਇਨਵੈਸਟਮੈਂਟ ਸ਼ੁਰੂ ਕਰਤੀ ਖੇਤੀ ਦੇ ਵਿੱਚ। ਹੁਣ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਗਈ ਕਿ ਬੰਦੇ ਦੀ ਰੋਬੋਟ ਖੇਤੀ ਕਰਿਆ ਕਰਨਗੇ। ਤਾਂ ਇਹ ਸਿਰਫ ਇਹ ਦੇਸ਼ ਨੂੰ ਕਾਰਪੋਰੇਟ ਹੱਥਾਂ ਦੇ ਵਿੱਚ ਦੇਣਾ ਚਾਹੁੰਦੇ ਨੇ। ਉਹਨਾਂ ਦੀ ਸਪੋਰਟ ਦੇ ਨਾਲ ਲੋਕਾਂ ਨੂੰ ਮੈਂਟਲੀ ਤੌਰ ਦੇ ਉੱਤੇ ਕੰਟਰੋਲ ਕਰਕੇ ਆਪ ਸੱਤਾ ਦੇ ਵਿੱਚ ਬਣੇ ਰਹਿਣਾ ਚਾਹੁੰਦੇ ਨੇ। ਇਸ ਤੋਂ ਇਲਾਵਾ ਇਹਨਾਂ ਦਾ ਕੋਈ ਫੰਡਾ ਨਹੀਂ ਹੈਗਾ। ਹੁਣ ਜਿਹੜਾ ਇਹਨਾਂ ਦਾ ਨਕਾਬ ਪਾਇਆ ਹੋਇਆ ਸੀ ਉਹ ਸ਼ਰਾਫਤ ਦਾ, ਉਹ ਨਕਾਬ ਹੁਣ ਉਤਰ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਿਲਕੁਲ ਨੰਗੇ ਹੋ ਜਾਣਗੇ। ਜੀ ਗੁਰਜਿੰਦਰ ਜੀ, ਇਸ ਡਿਸਕਸ਼ਨ ਦਾ ਹਿੱਸਾ ਬਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਤੁਹਾਡਾ ਵੀ ਸ਼ੁਕਰੀਆ ਪ੍ਰਭਜੋਤ ਜੀ। ਸੋ ਇਸੀ ਡਿਸਕਸ਼ਨ ਕਿ ਕਿਸ ਤਰ੍ਹਾਂ ਜਿਹੜੀ ਮੋਦੀ ਸਰਕਾਰ ਆ ਉਹ ਚੱਲ ਰਹੀ ਹੈ, ਤੇ ਕਿਸ ਤਰ੍ਹਾਂ ਵਿਰੋਧੀ ਨੇ ਜਿਹੜੇ ਉਹਨਾਂ ਨੂੰ ਹਰਾਉਣ ਦੇ ਲਈ ਕਿਸੇ ਵੀ ਹੱਦ ਤੱਕ ਜਿਹੜੀ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਸੋ ਇਹ ਜਿਹੜਾ ਗੱਠਜੋੜ ਹੈ ਇਹ ਕਿੰਨਾ ਸਮਾਂ ਚੱਲੇਗਾ, ਕਦੋਂ ਤੱਕ ਚੱਲੇਗਾ, ਕੌਣ ਇਹਦੇ ਚਿਹਰੇ ਹੋਣਗੇ, ਇਹ ਤਾਂ ਆਉਣ ਵਾਲੇ ਸਮੇਂ 'ਚ ਹੀ ਕਲੀਅਰ ਹੋਏਗਾ, ਕਿਉਂਕਿ ਸਿਆਸਤ ਹੈ, ਇਹਦੇ ਰੁੱਖ ਨੇ ਜਿਹੜੇ ਉਹ ਕਦੇ ਵੀ ਬਦਲ ਸਕਦੇ ਨੇ। ਸੋ 2024 ਦੀਆਂ ਇਲੈਕਸ਼ਨਸ ਤੋਂ ਪਹਿਲਾਂ ਕੀ ਹੁੰਦਾ ਹੈ ਇਹ ਜ਼ਰੂਰ ਦੇਖਾਂਗੇ। ਤੁਸੀਂ ਦੇਖਦੇ ਰਹੋ ਫਿਰਦੌਸ ਪੰਜਾਬੀ। ਧੰਨਵਾਦ।